ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 23 ਜਨਵਰੀ ਹੈ, ਦਿਨ ਐਤਵਾਰ ਹੈ, ਛੁੱਟੀ ਦਾ ਦਿਨ ਹੈ, ਪਰ ਮੀਂਹ ਨੇ ਕਈਆਂ ਦਾ ਕੰਮ ਖਰਾਬ ਕਰ ਦਿੱਤਾ ਹੋਣਾ। ਸਭ ਤੋਂ ਪਹਿਲਾਂ ਆਪਾਂ ਮੌਸਮ ਦੀ ਹੀ ਗੱਲ ਕਰਾਂਗੇ, ਕਿਉਂਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਦੇ ਵਿੱਚ ਵੀ ਥੋੜਾ ਮੀਂਹ ਪੈ ਰਿਹਾ ਹੈ, ਪਰ ਪੰਜਾਬ ਤੇ ਹਰਿਆਣਾ ਦੇ ਵਿੱਚ ਤਾਂ ਮੀਂਹ ਲਗਾਤਾਰ ਹੀ ਪੈ ਰਿਹਾ ਹੈ। ਸ਼ਨੀਚਰਵਾਰ ਦੀ ਜਿਹੜੀ ਪਹਿਲੀ ਰਾਤ ਹੈ, ਸ਼ੁੱਕਰਵਾਰ ਦੀ ਰਾਤ ਨੂੰ ਹੀ ਮੀਂਹ ਇਹ ਸ਼ੁਰੂ ਹੋ ਗਿਆ ਸੀ। ਹੌਲੀ ਕਣੀਆਂ ਕਿਣਮਿਣ ਕਣੀਆਂ ਪੈ ਰਹੀਆਂ ਸੀ। ਸ਼ਨੀਚਰਵਾਰ ਨੂੰ ਸਾਰਾ ਦਿਨ ਕਿਣਮਿਣ ਕਣੀਆਂ ਪੈਂਦੀਆਂ ਰਹੀਆਂ ਤੇ ਰਾਤ ਜੇ ਨੂੰ ਮੀਂਹ ਹੈ ਜਿਹੜਾ ਉਹ ਸ਼ੁਰੂ ਹੋ ਗਿਆ ਸੀ ਤੇ ਐਤਵਾਰ ਦੀ ਸਵੇਰ ਤੱਕ ਲਗਾਤਾਰ ਹਲੇ ਮੀਂਹ ਪੈ ਰਿਹਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਜਲ ਥਲ ਹੋਇਆ ਪਿਆ। ਪਾਣੀ ਜਿੱਥੇ ਖੜਨਾ ਹੁੰਦਾ ਹੈ, ਜਿੱਥੇ ਸਹੀ ਪ੍ਰਬੰਧ ਨਹੀਂ ਹੁੰਦਾ ਉੱਥੇ ਪਾਣੀ ਵੀ ਖੜ ਰਿਹਾ ਹੈ ਤੇ ਠੰਡੀਆਂ ਹਵਾਵਾਂ ਵੀ ਨਾਲ ਚੱਲ ਰਹੀਆਂ ਨੇ। ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਤਾਂ ਹਨੇਰੀ, ਝੱਖੜ, ਤੂਫਾਨ ਵੀ ਮੀਂਹ ਦੇ ਨਾਲ ਆਇਆ ਹੈ। ਪੱਛਮੀ ਪੌਣਾਂ ਦੇ ਵਿੱਚ ਵਿਗਾੜ ਕਰਕੇ ਮੌਸਮ ਵਿਭਾਗ ਦੇ ਮੁਤਾਬਿਕ ਇਹ ਸਾਰਾ ਜਿਹੜਾ ਮੀਂਹ ਹੈ ਉਹ ਪੈ ਰਿਹਾ ਹੈ। ਜਿਹੜੀਆਂ ਨਾਲ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਉਹਦੇ ਨਾਲ ਲੋਕ ਹੋਰ ਵੀ ਠਰ ਗਏ ਨੇ। ਮੌਸਮ ਵਿਭਾਗ ਨੇ ਪਹਿਲਾਂ ਹੀ 22-23 ਤਰੀਕ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਸੀ ਤੇ ਹੁਣ ਮੌਸਮ ਵਿਭਾਗ ਨੇ 24 ਜਨਵਰੀ ਨੂੰ ਵੀ ਮੀਂਹ ਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ। ਉਸ ਤੋਂ ਬਾਅਦ ਮੌਸਮ ਸਾਫ਼ ਰਹੇਗਾ। ਮੀਂਹ ਦੇ ਕਾਰਨ ਆਮ ਜਨਜੀਵਨ ਜ਼ਰੂਰ ਪ੍ਰਭਾਵਿਤ ਹੋਇਆ। ਜਿਹੜੇ ਲੋਕਾਂ ਨੂੰ ਬਿਲਕੁਲ ਵੀ ਸਰਦਾ ਨਹੀਂ ਹੁੰਦਾ ਕੰਮਕਾਰ ਤੇ ਜਾਏ ਬਿਨਾਂ, ਉਹਨਾਂ ਨੂੰ ਇਸੇ ਤਰ੍ਹਾਂ ਮੀਂਹ ਦੇ ਵਿੱਚ ਹੀ ਤੁਰਨਾ ਫਿਰਨਾ ਪੈ ਰਿਹਾ ਹੈ। ਕਈ ਲੋਕ ਮੀਂਹ ਦੇ ਵਿੱਚ ਹੀ ਪੈਦਲ ਚੱਲਦੇ ਦਿਖਾਈ ਦੇ ਰਹੇ ਨੇ, ਕਈ ਸਾਈਕਲਾਂ ਤੇ, ਮੋਟਰਸਾਈਕਲਾਂ ਤੇ, ਕਾਰਾਂ ਦੇ ਉੱਤੇ। ਜਿਨ੍ਹਾਂ ਦੇ ਕੋਲੇ ਕੋਈ ਵਹੀਕਲ ਨਹੀਂ ਹੈਗਾ ਉਹਨਾਂ ਨੂੰ ਪਰੇਸ਼ਾਨੀ ਵੀ ਆਉਂਦੀ ਹੈ। ਵੱਡੇ ਸ਼ਹਿਰਾਂ ਦੇ ਵਿੱਚ ਮੀਂਹ ਦੇ ਵਿੱਚ ਟੈਕਸੀਆਂ ਨੇ ਜਿਹੜੀਆਂ ਉਹ ਚੱਲਣੋਂ ਬੰਦ ਹੋ ਜਾਂਦੀਆਂ ਨੇ। ਬੁਕਿੰਗ ਕਰਦੇ ਰਹਿੰਦੇ ਨੇ ਲੋਕੀ, ਲੇਕਿਨ ਟੈਕਸੀ ਨਹੀਂ ਮਿਲਦੀ ਤੇ ਅਜਿਹੇ ਵਿੱਚ ਪਰੇਸ਼ਾਨੀਆਂ ਵੀ ਚੱਲਣੀਆਂ ਪੈਂਦੀਆਂ ਨੇ। ਜਿਹੜੇ ਸੜਕਾਂ ਦੇ ਉੱਤੇ ਬਹਿ ਕੇ ਨਿੱਕਾ ਮੋਟਾ ਕੰਮਕਾਰ ਚਲਾਉਂਦੇ ਨੇ ਉਹਨਾਂ ਲੋਕਾਂ ਦੇ ਲਈ ਸਭ ਤੋਂ ਵੱਧ ਔਖਾ ਹੈ। ਜਿਹੜੇ ਦਿਹਾੜੀਦਾਰ ਹੁੰਦੇ ਨੇ, ਜਿਨ੍ਹਾਂ ਨੇ ਦਿਨ ਦੇ ਵਿੱਚ ਕਮਾ ਕੇ ਰਾਤ ਨੂੰ ਖਾਣਾ ਹੁੰਦਾ ਹੈ, ਉਹਨਾਂ ਲੋਕਾਂ ਦਾ ਅਜਿਹੇ ਮੌਸਮ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਹੈ। ਅਸੀਂ ਜ਼ਰੂਰ ਅਰਦਾਸ ਕਰਦੇ ਹਾਂ ਕਿ ਕੋਈ ਵੀ ਭੁੱਖੇ ਢਿੱਡ ਨਾ ਰਹੇ, ਹਰ ਕਿਸੇ ਨੂੰ ਰਿਜ਼ਕ ਹੈ ਜਿਹੜਾ ਉਹ ਮਿਲਦਾ ਰਹੇ। ਦੂਜੀ ਖਬਰ, ਸਿੱਖਾਂ ਦੀ ਦੂਸਰੀ ਵੱਡੀ ਨੁਮਾਇੰਦਾ ਜਥੇਬੰਦੀ SGPC ਤੋਂ ਬਾਅਦ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਸ ਦੇ ਅਹੁਦੇਦਾਰਾਂ ਦੀ ਚੋਣ ਦੇ ਨਾਲ ਜੁੜੀ ਹੋਈ ਹੈ। ਕੱਲ੍ਹ ਦਾ ਦਿਨ ਜਿਹੜੇ ਇਸ ਖਬਰ ਦੇ ਨਾਲ ਜੁੜੇ ਰਹੇ ਸਭ ਨੇ ਦੇਖਿਆ ਹੋਣਾ, ਸ਼ਾਇਦ ਇਤਿਹਾਸ ਦੇ ਵਿੱਚ ਕਾਲਾ ਦਿਨ ਵੀ ਲਿਖਿਆ ਜਾਊਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਪ੍ਰਧਾਨਗੀ ਦੀ ਚੋਣ ਹੋਈ ਹੈ, ਜਿਵੇਂ ਹੰਗਾਮਾ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ, ਉਸਨੇ ਹਰ ਸਿੱਖ ਦਾ ਦਿਲ ਦੁਖਾਇਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਚੋਣ ਹੈਗੀ ਹੈ ਜਿਹੜੀ ਉਹ 22 ਜਨਵਰੀ ਨੂੰ ਹੋਣੀ ਸੀ। ਸ਼ਨੀਚਰਵਾਰ ਨੂੰ ਪੂਰਾ ਦਿਨ ਹੰਗਾਮਾ ਹੁੰਦਾ ਰਿਹਾ, ਵਿਰੋਧ, ਹੱਥੋਂ ਪਾਈ ਵੀ ਇੱਥੋਂ ਤੱਕ ਹੋਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਹਿਸਬਾਜ਼ੀ ਜੰਮ ਕੇ ਹੋਈ। ਆਖਿਰਕਾਰ ਅੱਧੀ ਰਾਤ ਨੂੰ ਭਾਰੀ ਪੁਲਿਸ ਬਲ ਦੇ ਸਖਤ ਪਹਿਰੇ ਦੇ ਵਿੱਚ ਅਕਾਲੀ ਦਲ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ DSGMC ਪ੍ਰਧਾਨ ਚੁਣ ਲਿਆ ਗਿਆ। ਕਾਲਕਾ ਮੌਜੂਦਾ ਸਮੇਂ ਗੁਰਦੁਆਰਾ ਕਮੇਟੀ ਦੇ ਮੁੱਖ ਸਕੱਤਰ ਵੀ ਸਨ। ਇਸ ਤੋਂ ਇਲਾਵਾ ਹਰਵਿੰਦਰ ਸਿੰਘ KP ਨੂੰ ਸੀਨੀਅਰ ਉਪ ਪ੍ਰਧਾਨ, ਆਤਮਾ ਸਿੰਘ ਲੁਬਾਣਾ ਨੂੰ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਜਗਦੀਪ ਸਿੰਘ ਕਾਲੋ ਨੂੰ ਮੁੱਖ ਸਕੱਤਰ ਚੁਣ ਲਿਆ ਗਿਆ। ਨਵੀਂ ਕਾਰਜਕਾਰਨੀ ਦੀ ਚੋਣ ਨੂੰ ਲੈ ਕੇ ਕਮੇਟੀ ਦਫ਼ਤਰ ਦੇ ਗੁਰੂ ਗੋਬਿੰਦ ਸਿੰਘ ਭਵਨ ਦੇ ਵਿੱਚ ਸਾਰਾ ਦਿਨ ਖਿੱਚੋਤਾਣ ਚੱਲਦੀ ਰਹੀ। ਦਿਨ ਭਰ ਤਣਾਅਪੂਰਨ ਸਥਿਤੀ ਬਣੀ ਰਹੀ। ਕੋਈ ਆਪਣੇ ਫੇਸਬੁੱਕ ਤੋਂ ਲਾਈਵ ਹੋ ਰਿਹਾ ਸੀ ਅਤੇ ਹਰ ਕੋਈ ਬਾਦਲਾਂ ਦੀ ਧੱਕੇਸ਼ਾਹੀ ਦੀ ਗੱਲ ਕਰ ਰਿਹਾ ਸੀ। ਇਸ ਤੋਂ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਸਰਨਾ ਭਰਾਵਾਂ ਤੇ ਬਾਦਲ ਧੜੇ ਦੇ ਵਿਚਾਲੇ ਬੈਠਕਾਂ ਵੀ ਹੋਈਆਂ, ਪਰ ਦੋਵਾਂ ਦੇ ਵਿਚਾਲੇ ਸਹਿਮਤੀ ਨਹੀਂ ਬਣ ਸਕੀ ਤੇ ਦਿੱਲੀ ਕਮੇਟੀ ਦੀ ਇਸ ਚੋਣ ਦਾ ਇਤਿਹਾਸ ਕਾਲੇ ਅੱਖਰਾਂ ਦੇ ਵਿੱਚ ਤਾਂ ਵੀ ਲਿਖਿਆ ਜਾਏਗਾ, ਕਿਉਂਕਿ ਪਹਿਲੀ ਵਾਰੀ ਹੋਇਆ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਦੀ ਚੋਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਤੋਂ ਬਿਨਾਂ ਕਰ ਲਈ ਗਈ ਹੈ। ਕਿਉਂਕਿ ਚੋਣ ਅੱਧੀ ਰਾਤ ਤੱਕ ਜਾ ਕੇ ਨਿਬੜੀ ਹੈ, ਗਹਿਮਾ ਗਹਿਮੀ ਚੱਲਦੀ ਰਹੀ। ਤਾਂ ਉਸ ਤੋਂ ਪਹਿਲਾਂ ਜਦੋਂ ਰਾਤ ਪੈਣੀ ਸ਼ੁਰੂ ਹੋ ਗਈ ਸੀ ਤਾਂ ਵਿਰੋਧੀ ਧਿਰ ਦੇ ਨੁਮਾਇੰਦਿਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁੱਖ ਆਸਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਜਿਹੜਾ ਹੈਗਾ ਮਰਿਆਦਾ ਦੇ ਮੁਤਾਬਿਕ ਸੁੱਖ ਆਸਣ ਹੋਣਾ ਚਾਹੀਦਾ। ਉਂਝ ਵੀ ਇੱਥੇ ਲਗਾਤਾਰ ਖਿੱਚੋਤਾਣ ਹੀ ਚੱਲ ਰਹੀ ਹੈ। ਸੁੱਖ ਆਸਣ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਜਦੋਂ ਚੋਣ ਹੋਈ ਹੈ ਉਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦਾ ਪ੍ਰਕਾਸ਼ ਇੱਥੇ ਨਹੀਂ ਸੀ। ਪੂਰੇ ਦਿਨ ਦਾ ਘਟਨਾਕ੍ਰਮ ਸੰਖੇਪ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ। ਜਦੋਂ ਚੋਣ ਦਾ ਸਮਾਂ ਆਇਆ ਤਾਂ ਸੰਯੁਕਤ ਜਿਹੜਾ ਵਿਰੋਧੀ ਧਿਰ ਹੈ ਉਸ ਦੇ ਵੱਲੋਂ SGPC ਦੇ ਪ੍ਰਧਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਮ ਰੱਖਿਆ ਗਿਆ, ਜਿਸ ਦਾ ਅਕਾਲੀ ਦਲ ਬਾਦਲ ਦੇ ਲੋਕਾਂ ਨੇ ਹੀ ਵਿਰੋਧ ਕੀਤਾ। ਬੜੀ ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੈਂਬਰਾਂ ਨੇ ਵਿਰੋਧ ਕੀਤਾ। ਉਸ ਤੋਂ ਬਾਅਦ ਗੁਰਦੇਵ ਸਿੰਘ ਦਾ ਨਾਮ ਅੱਗੇ ਵਧਾਇਆ ਗਿਆ। ਧਾਮੀ ਨੇ ਆਪਣੀ ਹੀ ਪਾਰਟੀ ਦੇ ਲੋਕਾਂ ਦਾ ਵਿਰੋਧ ਦੇਖ ਕੇ ਜਿਹੜਾ ਹੈਗਾ
ਆਪਣਾ ਨਾਮ ਵਾਪਸ ਲੈ ਲਿਆ ਸੀ, ਜਿਸ ਤੋਂ ਬਾਅਦ ਗੁਰਦੇਵ ਸਿੰਘ ਪ੍ਰੋ ਟੈਂਪੂ ਚੇਅਰਮੈਨ ਬਣ ਗਏ ਤੇ ਚੇਅਰਮੈਨ ਬਣਦੇ ਹੀ ਉਹਨਾਂ ਨੇ ਸਟੇਜ ਜਦੋਂ ਸਾਂਭੀ ਤਾਂ ਨਾਲ ਦੀ ਨਾਲ ਐਲਾਨ ਕਰ ਦਿੱਤਾ ਕਿ ਪ੍ਰਧਾਨ ਦੀ ਚੋਣ ਹੱਥ ਖੜੇ ਕਰਵਾ ਕੇ ਹੋਏਗੀ, ਜਿਸ ਦਾ ਮਨਜੀਤ ਸਿੰਘ ਜੀਕੇ ਨੇ ਤਿੱਖਾ ਵਿਰੋਧ ਕੀਤਾ ਤੇ ਸਰਨਾ ਭਰਾਵਾਂ ਨੇ ਵੀ ਤਿੱਖਾ ਵਿਰੋਧ ਕੀਤਾ। ਕਮੇਟੀ ਦੀ ਪ੍ਰਧਾਨਗੀ ਲਈ 2 ਨਾਮ ਮੂਹਰੇ ਆਏ, ਹਰਮੀਤ ਸਿੰਘ ਕਾਲਕਾ ਤੇ ਦੂਸਰੇ ਧੜੇ ਦੇ ਵੱਲੋਂ ਪਰਮਜੀਤ ਸਿੰਘ ਸਰਨਾ। ਦੋਵਾਂ ਨੇ ਚੋਣ ਲੜਨ ਦੀ ਸਹਿਮਤੀ ਦੇ ਦਿੱਤੀ, ਜਿਸ ਤੋਂ ਬਾਅਦ VOTING ਦੀ ਪ੍ਰਕਿਰਿਆ ਸ਼ੁਰੂ ਹੋਈ। ਦੂਜਾ ਵੋਟ ਪਾਉਣ ਆਏ ਕਮੇਟੀ ਦੇ ਮੈਂਬਰ ਸੁਖਬੀਰ ਸਿੰਘ ਕਾਲੜਾ ਨੇ ਆਪਣੇ ਹੱਥ ਵਿੱਚ ਲਈ ਹੋਈ ਪਰਚੀ ਨੂੰ ਨਾਲ ਦੇ ਮੈਂਬਰ ਨੂੰ ਦਿਖਾ ਦਿੱਤਾ ਕਿ ਉਹ ਕਿਹਨੂੰ ਵੋਟ ਪਾਉਣ ਜਾ ਰਿਹਾ ਹੈ। ਇਸ ਤੇ ਫਿਰ ਹੰਗਾਮਾ ਸ਼ੁਰੂ ਹੋ ਗਿਆ, ਜਿਹੜਾ ਰਾਤ ਤੱਕ ਚੱਲਦਾ ਰਿਹਾ। 51 ਵੋਟਾਂ ਦੇ ਵਿੱਚੋਂ ਤੀਜੀ ਵੋਟ ਪੈਣ ਤੋਂ ਬਾਅਦ ਹੀ ਚੋਣ ਪ੍ਰਕਿਰਿਆ ਰੁਕ ਗਈ ਸੀ। ਕਈ ਘੰਟਿਆਂ ਦੀ ਗਹਿਮਾ-ਗਹਿਮੀ ਤੋਂ ਬਾਅਦ ਆਖਿਰਕਾਰ ਪੁਲਿਸ ਬਲ ਨੂੰ ਬੁਲਾਇਆ ਗਿਆ, ਜਿਸ ਦਾ ਵਿਰੋਧੀ ਧਿਰ ਦੇ ਮੈਂਬਰਾਂ ਨੇ ਤਿੱਖਾ ਵਿਰੋਧ ਕੀਤਾ। ਬਾਦਲ ਧੜੇ ਦੇ ਵਿਰੋਧੀ ਮੈਂਬਰਾਂ ਨੇ ਤਿੱਖਾ ਵਿਰੋਧ ਕੀਤਾ। ਪੁਲਿਸ ਦੇ ਅਧਿਕਾਰੀ ਅੰਦਰ ਆ ਗਏ, ਪੁਲਿਸ ਬਲ ਬੁਲਾਇਆ ਗਿਆ ਤੇ ਉਸ ਤੋਂ ਬਾਅਦ ਇਹ ਖਬਰਾਂ ਮਿਲੀਆਂ ਕਿ ਜਨਰਲ ਇਜਲਾਸ ਦੇ ਵਿੱਚੋਂ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਦਿੱਲੀ ਪੁਲਿਸ ਨੇ ਬਾਹਰ ਕਢਵਾ ਦਿੱਤਾ ਅਤੇ ਫਿਰ ਇਹ ਵੀ ਖਬਰਾਂ ਮਿਲੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਸੀ, ਮੈਂਬਰ ਸੀ, ਉਹਨਾਂ ਨੇ ਦਿੱਲੀ ਪੁਲਿਸ ਜਿੰਦਾਬਾਦ ਦੇ ਨਾਅਰੇ ਵੀ ਲਾਏ। ਵਿਰੋਧੀ ਧਿਰਾਂ ਲਗਾਤਾਰ ਇਹ ਮੰਗ ਕਰਦੀਆਂ ਰਹੀਆਂ ਕਿ ਵੋਟ ਦਿਖਾ ਕੇ ਜਿਹੜੇ ਨੇ ਪਾਈ ਹੈ ਉਹ ਵੋਟ ਰੱਦ ਹੋਣੀ ਚਾਹੀਦੀ ਹੈ। ਨਿਯਮ ਦੇ ਮੁਤਾਬਿਕ ਬਣਦਾ ਵੀ ਇਹੀ ਸੀ, ਪਰ ਵੋਟ ਰੱਦ ਨਹੀਂ ਹੋਈ ਅਤੇ ਜਿਹੜਾ ਕਮੇਟੀ ਦੇ ਨਵੇਂ ਮੈਂਬਰਾਂ ਦੀ ਚੋਣ ਕਰ ਲਈ ਗਈ ਹੈ, ਨਵੀਂ ਕਾਰਜਕਾਰਨੀ ਚੁਣ ਲਈ ਗਈ ਹੈ, ਜਿਸ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਹੋਣਗੇ। ਵੋਟਾਂ ਦੇ ਨਾਲ ਜੁੜੀਆਂ ਅਪਡੇਟਸ ਤੁਹਾਨੂੰ ਦੱਸ ਦਈਏ ਤਾਂ ਚੋਣ ਕਮਿਸ਼ਨ ਨੇ 31 ਜਨਵਰੀ ਤੱਕ ਚੋਣਾਂ ਵਾਲੇ 5 ਸੂਬਿਆਂ ਦੇ ਵਿੱਚ ਰੈਲੀਆਂ ਤੇ ਰੋਡ ਸ਼ੋਅਜ਼ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਨਵੇਂ ਨਿਰਦੇਸ਼ ਵੀ ਜਾਰੀ ਕੀਤੇ ਨੇ। ਪਹਿਲੇ 2 ਗੇੜਾਂ ਦੇ ਲਈ 500 ਵਿਅਕਤੀਆਂ ਦੀ ਮੀਟਿੰਗ ਕਰਨ ਨੂੰ ਇਜਾਜ਼ਤ ਹੁਣ ਦੇ ਦਿੱਤੀ ਗਈ ਹੈ। ਪਹਿਲਾਂ 300 ਜਣਿਆਂ ਦੀ ਹੋ ਸਕਦੀ ਸੀ। ਘਰ ਘਰ ਪ੍ਰਚਾਰ ਲਈ 5 ਦੀ ਥਾਂ ਹੁਣ 10 ਜਣੇ ਜਾ ਸਕਣਗੇ। ਖੁੱਲੀਆਂ ਥਾਵਾਂ ਤੇ ਪ੍ਰਚਾਰ ਲਈ ਵੀਡੀਓ ਵੈਨਾਂ ਖੜੀਆਂ ਕਰਨ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ। ਪਹਿਲੇ 2 ਗੇੜਾਂ ਦਾ ਮਤਲਬ ਹੈ ਕਿ ਚੋਣਾਂ ਦੇ ਪਹਿਲੇ ਗੇੜ ਲਈ ਉਮੀਦਵਾਰਾਂ ਦੇ ਨਾਮ 27 ਜਨਵਰੀ ਨੂੰ ਤੈਅ ਹੋ ਜਾਣਗੇ। ਇਸ ਕਰਕੇ ਫੈਸਲਾ ਲਿਆ ਗਿਆ ਕਿ ਸੰਬੰਧਿਤ ਪਾਰਟੀਆਂ ਨੇ ਜਿਹੜੀਆਂ ਉਹਨਾਂ ਨੂੰ ਖੁੱਲੀਆਂ ਥਾਵਾਂ ਤੇ 500 ਜਣੇ ਜਾਂ ਫਿਰ ਮੈਦਾਨ ਦੀ 50% ਸਮਰੱਥਾ ਤੇ ਰੈਲੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਪਰ ਰੋਡ ਸ਼ੋਅ ਨਹੀਂ ਕੀਤੇ ਜਾ ਸਕਦੇ। ਪੰਜਾਬ ਸੂਬੇ ਦੀਆਂ 22 ਜਥੇਬੰਦੀਆਂ ਨੇ ਜਿਹੜੀ ਸਿਆਸੀ ਪਾਰਟੀ ਬਣਾਈ ਹੈ ਸੰਯੁਕਤ ਸਮਾਜ ਮੋਰਚਾ, ਉਹਨਾਂ ਦੇ ਚੋਣ ਲੜਨ ਵਿੱਚ ਅੜਿੱਕਾ ਪੈ ਸਕਦਾ ਹੈ, ਕਿਉਂਕਿ ਸਿਆਸੀ ਪਾਰਟੀ ਦੇ ਵਜੋਂ ਚੋਣ ਕਮਿਸ਼ਨ ਨੇ ਸੰਯੁਕਤ ਸਮਾਜ ਮੋਰਚਾ ਦੀ ਰਜਿਸਟ੍ਰੇਸ਼ਨ ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਇਸ ਨਾਲ ਮੋਰਚੇ ਦੀ ਚੋਣ ਲੜਨ ਦੀ ਮੁਹਿੰਮ ਨੂੰ ਝਟਕਾ ਵੀ ਲੱਗਿਆ ਹੈ। ਉਮੀਦਵਾਰਾਂ ਦੇ ਲਈ ਕਾਗਜ਼ ਦਾਖਲ ਕਰਨ ਦੀ ਆਖਰੀ ਤਰੀਕ 1 ਫਰਵਰੀ ਹੈ। ਉਦੋਂ ਤੱਕ ਚੋਣ ਕਮਿਸ਼ਨ ਵੱਲੋਂ ਉਠਾਏ ਗਏ ਇਤਰਾਜ਼ਾਂ ਦੇ ਹੱਲ ਹੋਣ ਦੀ ਸੰਭਾਵਨਾ ਮੱਧਮ ਹੈ। ਜੇ ਕੋਈ ਹੱਲ ਨਹੀਂ ਨਿਕਲਦਾ ਤਾਂ ਸੰਯੁਕਤ ਸਮਾਜ ਮੋਰਚਾ ਰਜਿਸਟਰਡ ਸਿਆਸੀ ਧਿਰ ਵਜੋਂ ਚੋਣ ਨਹੀਂ ਲੜ ਸਕੇਗਾ। ਹਾਂ, ਆਜ਼ਾਦ ਉਮੀਦਵਾਰਾਂ ਦੇ ਵਜੋਂ ਚੋਣ ਜ਼ਰੂਰ ਲੜੀ ਜਾ ਸਕਦੀ ਹੈ। ਤੇ ਚੋਣ ਕਮਿਸ਼ਨ ਨੇ ਇਹ ਸਵਾਲ ਕਿਉਂ ਚੁੱਕੇ ਨੇ? ਇਹਦਾ ਜਿਹੜਾ ਕਾਰਨ ਇਹੀ ਹੈ ਕਿ ਸਿਰਫ 1 ਸਾਲ ਦੀ IT ਰਿਟਰਨ ਦੇਣ ਵਾਲਾ ਨਿਯਮ ਦਫ਼ਤਰ ਦਾ ਪਤਾ ਨਿਯਮਾਂ ਮੁਤਾਬਿਕ ਨਹੀਂ ਹੈ। ਇਹ ਫਾਰਮ ਦੇ ਵਿੱਚ ਕਾਲਮ ਖਾਲੀ ਛੱਡੇ ਗਏ ਨੇ, ਇਸ ਕਰਕੇ ਜਿਹੜਾ ਹੈਗਾ ਮੁਸ਼ਕਿਲ ਖੜੀ ਹੋ ਗਈ ਹੈ। ਤੇ ਸੰਯੁਕਤ ਸਮਾਜ ਮੋਰਚੇ ਨੇ 35 ਹੋਰ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਹੈ, ਪਰ ਚੋਣਾਂ ਸੰਯੁਕਤ ਸਮਾਜ ਮੋਰਚੇ ਦੇ ਵਜੋਂ ਲੜ ਸਕਣਗੇ ਜਾਂ ਨਹੀਂ, ਇਸ ਤੇ ਹੁਣ ਜਿਹੜਾ ਹੈਗਾ ਸਵਾਲ ਚਿੰਨ੍ਹ ਖੜਾ ਹੋ ਗਿਆ। ਸੁਪਰੀਮ ਕੋਰਟ ਦੇ ਵਿੱਚ ਇੱਕ ਹੋਰ ਪਟੀਸ਼ਨ ਜਿਹੜੀ ਹੈ ਉਹ ਦਾਖਲ ਹੋਈ ਹੈ ਕਿ ਸਰਕਾਰੀ ਫੰਡਾਂ ਦੇ ਵਿੱਚੋਂ ਚੋਣਾਂ ਸਮੇਂ ਤਰਕਹੀਣ ਮੁਫਤ ਐਲਾਨ ਨਹੀਂ ਕੀਤੇ ਜਾਣੇ ਚਾਹੀਦੇ। ਇਹਨਾਂ ਦੇ ਖਿਲਾਫ ਪਟੀਸ਼ਨ ਦਾਖਲ ਕੀਤੀ ਗਈ ਹੈ। ਅਰਜ਼ੀ 'ਚ ਮੰਗ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਚੋਣ ਕਮਿਸ਼ਨ ਨੂੰ ਹੁਕਮ ਦੇਵੇ ਕਿ ਅਜਿਹੇ ਭਰਮਾਉਣ ਵਾਲੇ ਵਾਅਦੇ ਕਰਨ ਵਾਲੀਆਂ ਪਾਰਟੀਆਂ ਦੇ ਚੋਣ ਨਿਸ਼ਾਨ ਜ਼ਬਤ ਕੀਤੇ ਜਾਣ ਜਾਂ ਉਹਨਾਂ ਦੀ ਮਾਨਤਾ ਰੱਦ ਕੀਤੀ ਜਾਵੇ। ਅਜਿਹੇ ਲੋਕ ਲੁਭਾਊ ਕਦਮਾਂ ਤੇ ਮੁਕੰਮਲ ਪਾਬੰਦੀ ਲੱਗਣੀ ਚਾਹੀਦੀ ਹੈ ਜੋ ਵੋਟਰਾਂ ਤੋਂ ਸਿਆਸੀ ਲਾਹਾ ਲੈਣਾ ਚਾਹੁੰਦੇ ਨੇ, ਕਿਉਂਕਿ ਸੰਵਿਧਾਨ ਦੀ ਉਲੰਘਣਾ ਹੈ ਤੇ ਚੋਣ ਕਮਿਸ਼ਨ ਨੂੰ ਢੁਕਵੇਂ ਸਖਤ ਕਦਮ ਚੁੱਕਣੇ ਚਾਹੀਦੇ ਨੇ। ਅਕਾਲੀ ਦਲ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਰੇਤ ਮਾਫੀਆ ਨੂੰ ਸਰਪ੍ਰਸਤੀ ਦੇਣ ਦੇ ਦੋਸ਼ ਲਾਏ। ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ। ਕੈਪਟਨ ਅਮਰਿੰਦਰ ਸਿੰਘ ਵੀ ਕਹਿ ਰਹੇ ਨੇ ਕਿ ਮੁੱਖ ਮੰਤਰੀ ਚੰਨੀ ਦੀ ਰੇਤ ਮਾਫੀਆ ਦੇ ਨਾਲ ਸ਼ਮੂਲੀਅਤ ਰਹੀ ਹੈ। ਦੂਸਰੇ ਪਾਸੇ ਕਈ ਕਾਂਗਰਸੀ ਲੀਡਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ CM ਦੇ ਚਿਹਰੇ ਵਜੋਂ ਪ੍ਰਵਾਨ ਕਰ ਰਹੇ ਨੇ। ਹਾਈ ਕਮਾਂਡ ਤੇ CM ਉਮੀਦਵਾਰ ਐਲਾਨੇ ਜਾਣ ਦਾ ਦਬਾਅ ਵਧਦਾ ਜਾ ਰਿਹਾ ਹੈ। ਚੰਨੀ ਨੇ ਕੱਲ ਕੇਜਰੀਵਾਲ ਨੂੰ ਆਪਣੇ ਖਿਲਾਫ ਚੋਣ ਲੜਨ ਦਾ ਚੈਲੰਜ ਕੀਤਾ ਤਾਂ ਭਗਵੰਤ ਮਾਨ ਨੇ ਚੰਨੀ ਨੂੰ ਚੈਲੰਜ ਕਰ ਦਿੱਤਾ ਕਿ ਮੁੱਖ ਮੰਤਰੀ ਚੰਨੀ ਧੂਰੀ ਤੋਂ ਮੇਰੇ ਖਿਲਾਫ ਚੋਣ ਲੜ ਲੈਣ। ਭਗਵੰਤ ਮਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਸੀ। ਇੱਥੇ ਉਹਨਾਂ ਨੇ ਕਿਹਾ ਕਿ ਚਮਕੌਰ ਸਾਹਿਬ ਰਾਖਵਾਂ ਹਲਕਾ ਜਿੱਥੋਂ ਮੁਕਾਬਲੇ ਦੀ ਚੋਣ ਮੈਂ ਨਹੀਂ ਲੜ ਸਕਦਾ। ਜੇ ਚੰਨੀ ਮੇਰੇ ਨਾਲ ਚੋਣ ਲੜਨਾ ਚਾਹੁੰਦੇ ਨੇ ਤਾਂ ਧੂਰੀ ਵਿਧਾਨ ਸਭਾ ਹਲਕੇ ਤੋਂ ਆ ਕੇ ਲੜ ਸਕਦੇ ਨੇ। ਨਵਜੋਤ ਸਿੰਘ ਸਿੱਧੂ ਨੇ ਕੱਲ ਪੰਜਾਬ ਮਾਡਲ ਦਾ ਸਨਅਤੀ ਖਾਕਾ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕੀ ਲਿਆਂਦਾ ਜਾਵੇਗਾ। ਇਹ ਸਾਰਾ ਜਿਹੜਾ ਉਹਨਾਂ ਨੇ ਮੀਡੀਆ
ਮੀਡੀਆ ਦੇ ਸਾਹਮਣੇ ਰੱਖਿਆ। ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਦੇ ਲਈ ਸੂਬੇ ਦੇ ਵਿੱਚ ਇੱਥੇ ਹੀ ਰੁਜ਼ਗਾਰ ਪੈਦਾ ਕੀਤਾ ਜਾਵੇਗਾ, ਇਸ ਦਾ ਵਾਅਦਾ ਕੀਤਾ। ਪੰਜਾਬ ਚੋਣਾਂ ਨੂੰ ਲੈ ਕੇ ਹੁਣ ਵੱਖ-ਵੱਖ ਤਰ੍ਹਾਂ ਦੇ ਸਰਵੇ ਵੀ ਹੋ ਰਹੇ ਨੇ ਅਤੇ ਸਰਵੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮੂਹਰੇ ਦੱਸਿਆ ਜਾ ਰਿਹਾ ਹੈ। ਪੰਜਾਬ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਲਜ਼ਾਮ ਲਾਇਆ ਹੈ ਕਿ ਕੇਜਰੀਵਾਲ ਪੇਡ ਚੋਣ ਸਰਵੇ ਕਰਵਾ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੀਆਂ ਚੋਣਾਂ ਵੇਲੇ ਵੀ ਵੋਟਰ ਸਰਵੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ, ਪਰ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲੀਆਂ ਸਭ ਦੇ ਸਾਹਮਣੇ ਹੈ। ਕੇਜਰੀਵਾਲ ਪੈਸੇ ਦੇ ਕੇ ਸਰਵੇ ਕਰਵਾ ਰਿਹਾ ਹੈ। ਸੰਯੁਕਤ ਸਮਾਜ ਮੋਰਚੇ ਨੂੰ ਜਿੱਥੇ ਚੋਣ ਕਮਿਸ਼ਨ ਨੇ ਝਟਕਾ ਦਿੱਤਾ ਹੈ, ਉੱਥੇ ਹੀ ਹਲਕਾ ਭਦੌੜ ਰਿਜ਼ਰਵ ਤੋਂ ਉਮੀਦਵਾਰ ਐਲਾਨੇ ਗਏ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਵੀ ਟਿਕਟ ਮੋੜ ਦਿੱਤੀ ਹੈ। ਸਮਾਓ ਨੇ ਕਿਹਾ ਕਿ ਮੈਂ CPI ML ਲਿਬਰੇਸ਼ਨ ਦੇ ਵੱਲੋਂ ਚੋਣ ਲੜਾਂਗਾ। ਭਗਵੰਤ ਸਿੰਘ ਸਮਾਓ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਤੇ ਲਿਬਰੇਸ਼ਨ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਨੇ। ਉਧਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਰੱਦ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦਾ ਵਿਰੋਧ ਨਹੀਂ ਰੁਕ ਰਿਹਾ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਫੈਡਰੇਸ਼ਨ ਮਹਿਤਾ ਨੇ ਰੋਸ ਪ੍ਰਦਰਸ਼ਨ ਕੀਤਾ। ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਵੱਲੋਂ ਮੁੱਖ ਮੰਤਰੀ ਕੇਜਰੀਵਾਲ ਦੇ ਖਿਲਾਫ ਰੋਸ ਮੁਜ਼ਾਹਰਾ ਕਰਦਿਆਂ ਕੇਜਰੀਵਾਲ ਦਾ ਪੁਤਲਾ ਵੀ ਸਾੜਿਆ ਗਿਆ ਤੇ ਪਾਰਟੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਤੁਰੰਤ ਅਮਲ ਕੇਜਰੀਵਾਲ ਸਰਕਾਰ ਨੇ ਨਾ ਕੀਤਾ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਉਹਨਾਂ ਨੂੰ ਸਬਕ ਜ਼ਰੂਰ ਸਿਖਾਉਣਗੇ। ਇੱਕ ਦਿਨ ਪਹਿਲਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ 5 ਫੇਜ਼ ਦੇ ਵਿੱਚ ਜੋ ਗੋਲੀकांड ਵਾਪਰਿਆ ਹੈ, ਉਸ ਦੇ ਵਿੱਚ ਪੁਲਿਸ ਨੇ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ। ਗੋਲੀਆਂ ਵੱਜਣ ਕਾਰਨ ਜ਼ਖਮੀ ਹੋਏ ਨੌਜਵਾਨ ਹਰਪ੍ਰੀਤ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। PGI ਚੰਡੀਗੜ੍ਹ ਦੇ ਵਿੱਚ ਜ਼ੇਰੇ ਇਲਾਜ ਹੈ। ਉਸ ਦੇ ਸਿਰ ਵਿੱਚ ਗੋਲੀ ਵੱਜੀ ਸੀ ਤੇ ਇਸ ਵਕਤ ਉਹ ਕੋਮਾ ਦੇ ਵਿੱਚ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਰਵਜੋਤ ਸਿੰਘ ਤੇ ਉਸ ਦੀ ਪਤਨੀ ਸਰਬਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੇ ਖਿਲਾਫ ਫੇਜ਼ 1 ਥਾਣੇ ਵਿੱਚ ਧਾਰਾ 306 ਤੇ 511 ਅਧੀਨ ਕੇਸ ਦਰਜ ਕੀਤਾ ਹੈ। ਦੋਵਾਂ ਪਤੀ ਪਤਨੀ ਖਿਲਾਫ ਪੀੜਤ ਨੌਜਵਾਨ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਦੋਸ਼ ਹੈ। ਪੁਲਿਸ ਮੁਤਾਬਕ ਹਰਪ੍ਰੀਤ ਨੇ ਆਪਣੇ 32 ਬੋਰ ਦੇ ਲਾਇਸੈਂਸੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰੀ ਸੀ। ਪੁਲਿਸ ਨੇ ਨੌਜਵਾਨ ਦਾ ਪਿਸਤੌਲ ਤੇ ਉਸ ਦੀ ਕਥਿਤ ਪ੍ਰੇਮਿਕਾ ਦੀ ਕਾਰ ਵੀ ਕਬਜ਼ੇ ਵਿੱਚ ਲੈ ਲਈ ਹੈ। ਦੋਵੇਂ ਪਤੀ ਪਤਨੀ ਨੂੰ ਗ੍ਰਿਫਤਾਰ ਕਰਕੇ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੋਵਾਂ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੋਰ ਖਬਰਾਂ ਵਿਸਥਾਰ ਦੇ ਨਾਲ। ਚੋਣ ਕਮਿਸ਼ਨ ਨੇ 22 ਜਨਵਰੀ ਤੱਕ ਪਾਬੰਦੀਆਂ ਲਾਈਆਂ ਹੋਈਆਂ ਸੀ। 8 ਜਨਵਰੀ ਨੂੰ ਜਦੋਂ ਕਮਿਸ਼ਨ ਨੇ ਵੋਟਾਂ ਦਾ ਐਲਾਨ ਕੀਤਾ ਸੀ 5 ਸੂਬਿਆਂ ਦੇ ਵਿੱਚ, ਤਾਂ ਨਾਲ ਹੀ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਕਰਕੇ ਵੱਡੀਆਂ ਚੋਣ ਰੈਲੀਆਂ, ਰੋਡ ਸ਼ੋਜ਼ ਦੇ ਉੱਤੇ ਪਾਬੰਦੀ ਲਾ ਦਿੱਤੀ ਸੀ। ਫਿਰ ਉਹ ਪਾਬੰਦੀ 22 ਜਨਵਰੀ ਤੱਕ ਵਧਾ ਦਿੱਤੀ ਸੀ, ਪਹਿਲਾਂ 15 ਤੱਕ ਸੀ ਤੇ ਹੁਣ 1 ਹਫ਼ਤੇ ਲਈ ਹੋਰ ਪਾਬੰਦੀ ਵਧਾ ਦਿੱਤੀ ਹੈ। ਚੋਣ ਕਮਿਸ਼ਨ ਕਰੋਨਾ ਦੇ ਵਾਧੇ ਸੰਕਰਮਣ ਦੇ ਵਿੱਚ ਕੋਈ ਵੀ ਜ਼ੋਖਮ ਲੈਣ ਦੇ ਮੂਡ ਵਿੱਚ ਨਹੀਂ ਹੈ। 5 ਸੂਬਿਆਂ ਦੇ ਵਿੱਚ ਰੈਲੀਆਂ ਤੇ ਰੋਡ ਸ਼ੋਜ਼ ਦੇ ਉੱਤੇ ਪਾਬੰਦੀ ਹੈ ਜਿਹੜੀ ਉਹ ਜਾਰੀ ਰਹੇਗੀ। 1 ਹਫ਼ਤੇ ਲਈ ਇਸ ਪਾਬੰਦੀ ਨੂੰ ਵਧਾ ਦਿੱਤਾ ਗਿਆ ਹੈ। ਸ਼ਨੀਚਰਵਾਰ ਨੂੰ ਬੈਠਕ ਹੋਈ ਹੈ ਔਰ ਕਈ ਜਿਹੜੀਆਂ ਵੱਖ-ਵੱਖ ਵਿਭਾਗ ਨੇ ਉਹਨਾਂ ਦੇ ਨਾਲ ਬੈਠਕ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਮਾਹਿਰ 5 ਚੋਣਾਂ ਵਾਲੇ ਸੂਬਿਆਂ ਤੇ ਸੰਬੰਧਿਤ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਤੋਂ ਜਾਣਕਾਰੀ ਲੈਣ ਤੋਂ ਬਾਅਦ ਚੋਣ ਕਮਿਸ਼ਨ ਨੇ ਇਹ ਫੈਸਲਾ ਲਿਆ ਹੈ। ਕਰੋਨਾ ਇਨਫੈਕਸ਼ਨ ਅਤੇ ਟੀਕਾਕਰਨ ਦੀ ਸਥਿਤੀ ਦੀ ਸਮੀਖਿਆ ਕਰਨ ਦੇ ਉੱਤੇ ਸਹਿਮਤੀ ਬਣੀ ਹੈ। ਕਮਿਸ਼ਨ ਨੇ ਹਾਲਾਂਕਿ ਪ੍ਰਚਾਰ ਦੇ ਹੋਰ ਤਰੀਕਿਆਂ ਦੇ ਵਿੱਚ ਢਿੱਲ ਜ਼ਰੂਰ ਦਿੱਤੀ ਹੈ। ਵਰਚੁਅਲੀ ਪ੍ਰਚਾਰ ਤਾਂ ਕੀਤਾ ਜਾ ਹੀ ਸਕਦਾ, ਨਾਲ ਹੀ ਜਿਹੜਾ 300 ਦਾ ਇਕੱਠ ਸੀਗਾ ਉਹ ਕੀਤਾ ਜਾ ਸਕਦਾ ਹੈ। ਛੋਟੇ ਜਿਹੜੇ ਚੋਣ ਜਲਸੇ ਕੀਤੇ ਜਾ ਸਕਦੇ ਨੇ, ਇਨਡੋਰ ਇਕੱਠ ਨੇ ਕੀਤੇ ਜਾ ਸਕਦੇ ਨੇ 50% ਦੀ ਸਮਰੱਥਾ ਦੇ ਨਾਲ। ਬਾਕੀ ਹਲੇ ਰੈਲੀਆਂ, ਰੋਡ ਤੇ ਬਾਈਕ ਸ਼ੋਅ, ਇਸ ਤਰ੍ਹਾਂ ਦੇ ਪ੍ਰਚਾਰ ਪ੍ਰੋਗਰਾਮਾਂ ਦੇ ਉੱਤੇ ਪਾਬੰਦੀ ਹੈ ਜਿਹੜੀ ਉਹ ਰਹੇਗੀ 1 ਹਫ਼ਤਾ ਹੋਰ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਹੋਣੀ ਸੀ 6 ਮਹੀਨਿਆਂ ਬਾਅਦ। 6 ਮਹੀਨੇ ਹੋ ਗਏ ਨੇ ਨਤੀਜੇ ਆਏ ਨੂੰ, ਅਹੁਦੇਦਾਰਾਂ ਦੀ ਚੋਣ ਹੋਣੀ ਸੀ, ਪਰ ਇਸ ਜਨਰਲ ਇਜਲਾਸ ਦੇ ਵਿੱਚ ਜ਼ੋਰਦਾਰ ਹੰਗਾਮਾ ਹੋਇਆ ਤੇ ਬਹੁਤ ਹੀ ਜਿਹੜੀ ਸ਼ਰਮ ਦੀ ਗੱਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਹੰਗਾਮਾ ਹੋਇਆ, ਹੱਥੋਂ ਪਾਈ ਹੋਈ ਹੈ। ਵੋਟਿੰਗ ਰੁਕ ਗਈ ਸੀ। ਪ੍ਰਧਾਨ ਦੇ ਅਹੁਦੇ ਲਈ ਵੋਟਿੰਗ ਹੋ ਰਹੀ ਸੀ ਤਾਂ ਇੱਕ ਮੈਂਬਰ ਨੇ ਵੋਟ ਆਪਣੀ ਦਿਖਾ ਕੇ ਪਾਈ, ਜਿਸ ਤੋਂ ਬਾਅਦ ਰੌਲਾ ਰੱਪਾ ਪੈ ਗਿਆ। ਸੁਖਬੀਰ ਸਿੰਘ ਕਾਲੜਾ ਨੇ ਕਮੇਟੀ ਆਪਣਾ ਜਿਹੜਾ ਨਾਲ ਦਾ ਕਮੇਟੀ ਮੈਂਬਰ ਸੀ ਉਹਨੂੰ ਆਪਦੀ ਵੋਟ ਦਿਖਾ ਦਿੱਤੀ। ਨਿਯਮਾਂ ਦੇ ਮੁਤਾਬਿਕ ਅਜਿਹਾ ਨਹੀਂ ਕੀਤਾ ਜਾ ਸਕਦਾ, ਵੋਟ ਰੱਦ ਹੋ ਸਕਦੀ ਹੈ। ਕੁੱਲ 51 ਮੈਂਬਰਾਂ ਦੇ ਵੱਲੋਂ ਵੋਟਿੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਸੀ, ਜਿਹਦੇ ਵਿੱਚ ਜਿੱਤੇ ਹੋਏ ਤੇ ਨਾਮਜ਼ਦ ਸਾਰੇ ਸ਼ਾਮਿਲ ਨੇ। ਦਿੱਲੀ ਕਮੇਟੀ ਦੇ ਦਫ਼ਤਰ ਦੇ ਵਿੱਚ ਕਾਨਫਰੰਸ ਹਾਲ ਦੇ ਵਿੱਚ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਦੀ ਨਿਗਰਾਨੀ ਦੇ ਹੇਠ ਚੋਣ ਪ੍ਰਕਿਰਿਆ ਚੱਲੀ, ਪਰ ਇਸ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ। DSGMC ਪ੍ਰਧਾਨ ਅਹੁਦੇ ਦੇ ਲਈ ਹਰਮੀਤ ਸਿੰਘ ਕਾਲਕਾ ਤੇ ਪਰਮਜੀਤ ਸਿੰਘ ਸਰਨਾ ਦੇ ਲਈ ਵੋਟਿੰਗ ਹੋਈ ਤੇ ਬੜੀ ਹੈਰਾਨੀ ਦੀ ਗੱਲ ਹੈ
ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਯਾਨੀ ਕਿ ਸਰਨਾ ਧੜੇ ਤੇ ਬਾਦਲ ਧੜੇ ਦੇ ਵਿੱਚ ਗੱਠਜੋੜ ਹੋ ਹੀ ਨਹੀਂ ਸਕਿਆ, ਸਹਿਮਤੀ ਬਣ ਨਹੀਂ ਸਕੀ। ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਸਿੱਧਾ ਬੀਜੇਪੀ ਦੇ ਹੱਥਾਂ ਦੇ ਵਿੱਚ ਕਮੇਟੀ ਦੇਣ ਜਾ ਰਹੀ ਹੈ। ਇਸ ਗੱਲ ਨੂੰ ਸੋਚ ਕੇ ਸਾਰਾ ਪੰਥ ਹੈ ਜਿਹੜਾ ਉਹ ਹੈਰਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਿਹੜੀ ਹੱਥੋਂ ਪਾਈ ਹੋਈ ਹੈ ਉਸ ਨੂੰ ਵੀ ਬੜਾ ਹੀ ਸ਼ਰਮਨਾਕ ਦੱਸਿਆ ਜਾ ਰਿਹਾ ਹੈ। ਇੱਕ ਹੋਰ ਗੱਲ ਇੱਥੇ ਬਹੁਤ ਹੀ ਅਹਿਮ ਜਿਹੜੀ ਹੋਈ ਹੈ ਕਿ ਅਕਾਲੀ ਦਲ ਬਾਦਲ ਨੇ ਪ੍ਰੋ ਟੈਂਪੂ ਚੇਅਰਮੈਨ ਦੇ ਤੌਰ ਤੇ ਵਿਰੋਧੀ ਧਿਰ ਦੇ ਉਮੀਦਵਾਰ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਵਿਰੋਧ ਕੀਤਾ। ਅਕਾਲੀ ਦਲ ਨੇ ਗੁਰਦੇਵ ਸਿੰਘ ਨੂੰ ਪ੍ਰੋ ਟੈਂਪੂ ਚੇਅਰਮੈਨ ਬਣਾਇਆ ਤੇ ਫਿਰ ਧਾਮੀ ਨੇ ਜਦੋਂ ਵਿਰੋਧ ਕੀਤਾ ਤਾਂ ਆਪਣੀ ਜਿਹੜੀ ਸਹਿਮਤੀ ਸੀ ਉਹ ਵਾਪਸ ਲੈ ਲਈ ਸੀ, ਉਮੀਦਵਾਰ ਬਣਨ ਦੀ ਸਹਿਮਤੀ। तो ਜਿਹੜਾ 51 ਮੈਂਬਰੀ ਸਦਨ ਹੈਗਾ ਉਹਦੇ ਵਿੱਚ ਅਕਾਲੀ ਦਲ ਦੇ 30 ਮੈਂਬਰ, ਪਰ ਜੇ ਹੁਣ ਉਹ ਵੋਟ ਰੱਦ ਹੋ ਜਾਂਦੀ ਹੈ ਤਾਂ ਸਿਰਫ 29 ਜਣੇ ਰਹਿ ਜਾਣਗੇ। ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਆਪਸ ਦੇ ਵਿੱਚ ਮਿਲ ਗਏ, ਇਹਨਾਂ ਦੇ ਕਰੀਬ 21 ਮੈਂਬਰ ਨੇ। ਸੋ ਜੇ ਬਾਦਲ ਅਤੇ ਸਰਨਿਆਂ ਦੇ ਵਿੱਚ ਗੱਠਜੋੜ ਹੋ ਜਾਂਦਾ, ਸਹਿਮਤੀ ਹੋ ਜਾਂਦੀ ਤਾਂ ਕਮੇਟੀ ਹੈ ਜਿਹੜੀ ਉਹ ਸਿੱਖਾਂ ਦੇ ਹੱਥ ਵਿੱਚ ਰਹਿ ਜਾਣੀ ਸੀ। ਪਰ ਹੁਣ ਮਨਜਿੰਦਰ ਸਿੰਘ ਸਿਰਸਾ ਜਿਹੜੇ ਬੀਜੇਪੀ 'ਚ ਚਲੇ ਗਏ ਨੇ ਉਹ ਕਾਬਜ਼ ਵੀ ਹੋ ਸਕਦੇ ਨੇ। ਅਗਲੀ ਅਹਿਮ ਖਬਰ ਉਹਨਾਂ ਲੋਕਾਂ ਦੇ ਨਾਲ ਜੁੜੀ ਹੋਈ ਹੈ ਜਿਹੜੇ ਬਰਫ਼ ਦੇ ਤੂਫਾਨ ਦੇ ਵਿੱਚ ਮਰ ਗਏ ਨੇ, ਜਿਹੜੇ ਕਿ ਪੰਜਾਬ ਤੋਂ ਜਾਂ ਭਾਰਤ ਦੇ ਕਿਹੜੇ ਹਿੱਸੇ ਚੋਂ ਗਏ ਸੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ, ਪਰ ਹੈਗੇ ਭਾਰਤ ਦੇ ਸੀਗੇ। ਅਮਰੀਕਾ ਦੇ ਵਿੱਚ ਵਸਣਾ ਚਾਹੁੰਦੇ ਸੀ, ਸਰਹੱਦ ਪਾਰ ਕਰਨਾ ਚਾਹੁੰਦੇ ਸੀ ਗੈਰ ਕਾਨੂੰਨੀ ਤਰੀਕੇ ਦੇ ਨਾਲ, ਪਰ ਬਰਫ਼ ਦੇ ਤੂਫਾਨ ਦੇ ਵਿੱਚ ਮਾਰੇ ਗਏ। ਨਿੱਕਾ ਜਿਹਾ ਬੱਚਾ ਵੀ ਨਾਲ ਸੀ ਤੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ 4 ਭਾਰਤੀਆਂ ਦੀ ਮੌਤ ਤੇ ਦੁੱਖ ਜ਼ਾਹਿਰ ਕੀਤਾ ਹੈ, ਟਵੀਟ ਕੀਤਾ। ਕਹਿੰਦੇ ਕੈਨੇਡਾ ਅਮਰੀਕਾ ਸਰਹੱਦ ਤੇ ਇੱਕ ਨਵਜੰਮੇ ਬੱਚੇ ਸਮੇਤ 4 ਭਾਰਤੀ ਨਾਗਰਿਕਾਂ ਦੀ ਮੌਤ ਦੀ ਰਿਪੋਰਟ ਤੋਂ ਸਦਮੇ ਵਿੱਚ ਆ। ਅਸੀਂ ਅਮਰੀਕਾ ਤੇ ਕੈਨੇਡਾ ਵਿੱਚ ਆਪਣੇ ਰਾਜਦੂਤਾਂ ਨੂੰ ਸਥਿਤੀ ਤੇ ਤੁਰੰਤ ਜਵਾਬ ਦੇਣ ਲਈ ਕਿਹਾ ਹੈ। ਅਮਰੀਕਾ ਦੇ ਵਿੱਚ ਵੀ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਹਾਦਸੇ ਤੇ ਦੁੱਖ ਪ੍ਰਗਟਾਇਆ ਅਤੇ ਜੈ ਸ਼ੰਕਰ ਦੇ ਟਵੀਟ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੱਕ ਮੰਦਭਾਗੀ ਤੇ ਦੁਖਦਾਈ ਘਟਨਾ ਹੈ, ਅਸੀਂ ਜਾਂਚ ਕਰ ਰਹੇ ਹਾਂ, ਅਮਰੀਕੀ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਹਾਂ। ਇੰਡੀਅਨ ਸ਼ਿਕਾਗੋ ਤੋਂ ਇੱਕ ਕਾਉਂਸਲਰ ਟੀਮ ਤਾਲਮੇਲ ਕਰਨ ਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਮਿਨੀਸੋਟਾ ਵੀ ਜਾ ਰਹੀ ਹੈ, ਜਾਣਕਾਰੀ ਤਰਨਜੀਤ ਸੰਧੂ ਨੇ ਦਿੱਤੀ। ਸੀਬੀਐਸ ਨਿਊਜ਼ ਦੀ ਖਬਰ ਦੇ ਮੁਤਾਬਿਕ ਲੋਕਾਂ ਦਾ ਇੱਕ ਗਰੁੱਪ ਹੈ ਜਿਹੜਾ ਉਹ ਕੈਨੇਡਾ ਅਮਰੀਕਾ ਦੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਮਿਨੀਸੋਟਾ ਜ਼ਿਲ੍ਹੇ ਦੇ ਵਿੱਚ ਸੰਯੁਕਤ ਰਾਜ ਅਟਾਰਨੀ ਦੇ ਦਫ਼ਤਰ ਨੇ ਜਾਣਕਾਰੀ ਦਿੱਤੀ ਕਿ ਮਰਨ ਵਾਲੇ 4 ਭਾਰਤੀ ਸਨ ਜਿਹੜੇ ਕਿ ਦੂਸਰੇ ਗਰੁੱਪ ਤੋਂ ਵੱਖ ਹੋ ਗਏ ਸੀ ਤੇ ਜਦੋਂ ਉਹ ਗਰੁੱਪ ਬਾਕੀ ਦੇ ਲੋਕ ਨੇ ਜਿਹੜੇ ਉਹ ਅਮਰੀਕਾ ਦਾਖਲ ਹੋ ਗਏ ਸੀ ਤਾਂ ਉੱਥੋਂ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਇੱਕ ਬਾਲਗ ਦੇ ਕੋਲ ਬੱਚੇ ਦਾ ਸਮਾਨ ਹੈ ਪਰ ਬੱਚਾ ਨਾਲ ਨਹੀਂ ਹੈ। ਫਿਰ ਜਦੋਂ ਉੱਥੇ ਗਸ਼ਤ ਕੀਤੀ ਪੁਲਿਸ ਨੇ ਤਾਂ ਦੇਖਿਆ ਕਿ ਸਰਹੱਦ ਤੋਂ ਮਹਿਜ਼ 8-10 ਮੀਟਰ ਦੀ ਦੂਰੀ ਤੇ 4 ਲਾਸ਼ਾਂ ਪਈਆਂ ਸੀ, ਜਿਨ੍ਹਾਂ ਦੇ ਵਿੱਚ ਇੱਕ ਬੱਚਾ ਸੀ ਤੇ 2 ਬੱਚੇ ਦੇ ਮਾਪੇ ਹੋਣਗੇ ਤੇ ਇੱਕ ਹੋਰ ਨੌਜਵਾਨ ਸੀ। ਹਾਦਸਾ ਬੁੱਧਵਾਰ ਨੂੰ ਵਾਪਰਿਆ ਸੀ। ਇਸ ਮਾਮਲੇ ਦੇ ਵਿੱਚ ਫਲੋਰੀਡਾ ਦੇ ਸਟੀਵ ਸ਼ੈਂਡ ਨਾਮੀ ਇੱਕ ਵਿਅਕਤੀ ਨੂੰ ਮਨੁੱਖੀ ਤਸਕਰੀ ਦੇ ਇਲਜ਼ਾਮਾਂ ਵਿੱਚ ਹਿਰਾਸਤ ਵਿੱਚ ਵੀ ਲਿਆ ਗਿਆ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਉਹ ਲੋਕ ਅਮਰੀਕਾ ਵਿੱਚ ਦਾਖਲ ਕਰਨ ਦੀ ਕੋਸ਼ਿਸ਼ ਸਮੇਂ ਬਰਫੀਲੇ ਤੂਫਾਨ ਕਾਰਨ ਮਾਰੇ ਗਏ ਨੇ। ਹਾਲਾਂਕਿ ਮਿਨੀਸੋਟਾ ਦੇ ਵਿੱਚ ਮੰਗਲਵਾਰ ਰਾਤ ਨੂੰ ਬੁੱਧਵਾਰ ਤੱਕ ਬਰਫੀਲੇ ਤੂਫਾਨ ਦੀ ਚੇਤਾਵਨੀ ਵੀ ਦਿੱਤੀ ਗਈ ਸੀ। ਆਰਸੀਐਮਪੀ ਦੇ ਸਹਾਇਕ ਕਮਿਸ਼ਨਰ ਜੇਨ ਮੈਕਲੈਚੀ ਨੇ ਕਿਹਾ ਕਿ ਇਹਨਾਂ ਪੀੜਤਾਂ ਨੇ ਨਾ ਸਿਰਫ ਠੰਡੇ ਮੌਸਮ ਦੀ ਮਾਰ ਝੱਲੀ ਬਲਕਿ ਬਹੁਤ ਲੰਬੇ ਖੇਤਾਂ ਦੇ ਵਿੱਚੋਂ ਤੁਰਨਾ ਪਿਆ, ਭਾਰੀ ਬਰਫ਼ਬਾਰੀ ਸਹਿਣੀ ਪਈ ਤੇ ਘੁੱਪ ਹਨੇਰੇ ਦਾ ਸਾਹਮਣਾ ਵੀ ਇਹਨਾਂ ਨੇ ਕੀਤਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਦਰਦਨਾਕ ਹਾਦਸੇ ਤੇ ਬਿਆਨ ਦਿੱਤਾ ਹੈ। ਟਰੂਡੋ ਨੇ ਕਿਹਾ ਕਿ ਸਾਡੀ ਸਰਕਾਰ ਮਨੁੱਖੀ ਤਸਕਰੀ ਨੂੰ ਰੋਕਣ ਲਈ ਅਮਰੀਕਾ ਦੇ ਨਾਲ ਬਹੁਤ ਨੇੜਿਓਂ ਕੰਮ ਕਰ ਰਹੀ ਹੈ। ਟਰੂਡੋ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਅਮਰੀਕੀ ਸਰਹੱਦ ਰਾਹੀਂ ਲੋਕਾਂ ਦੀ ਤਸਕਰੀ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪੱਤਰਕਾਰਾਂ ਨੂੰ ਟਰੂਡੋ ਨੇ ਕਿਹਾ ਬਹੁਤ ਦੁਖਦਾਈ ਹੈ ਕਿ ਪਰਿਵਾਰ ਇਸ ਤਰ੍ਹਾਂ ਮੌਤ ਦੇ ਮੂੰਹ ਵਿੱਚ ਚਲਾ ਗਿਆ, ਪਰਿਵਾਰ ਮਨੁੱਖੀ ਤਸਕਰਾਂ ਦਾ ਸ਼ਿਕਾਰ ਹੋਇਆ। ਭਾਰਤ ਸਰਕਾਰ ਨੇ ਪਾਕਿਸਤਾਨ ਦੇ ਕਹਿ ਕੇ 35 YouTube ਚੈਨਲ ਬਲੌਕ ਕਰ ਦਿੱਤੇ ਨੇ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਸਰਕਾਰ ਨੇ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਾ ਕੇ 35 YouTube ਚੈਨਲ, 2 ਟਵਿੱਟਰ ਅਕਾਊਂਟ, 2 ਇੰਸਟਾਗ੍ਰਾਮ ਅਕਾਊਂਟ, 2 ਵੈਬਸਾਈਟਾਂ ਤੇ ਇੱਕ ਫੇਸਬੁੱਕ ਅਕਾਊਂਟ ਨੂੰ ਬਲੌਕ ਕਰ ਦਿੱਤਾ ਹੈ। ਪੀਟੀਆਈ ਦੀ ਰਿਪੋਰਟ ਦੇ ਮੁਤਾਬਿਕ ਮੰਤਰਾਲੇ ਦੇ ਸੰਯੁਕਤ ਸਕੱਤਰ ਵਿਕਰਮ ਸਹਾਇ ਨੇ ਦੱਸਿਆ ਕਿ ਇਹਨਾਂ ਸਾਰੇ ਖਾਤਿਆਂ ਦੇ ਵਿੱਚ ਇੱਕੋ ਜੀ ਗੱਲ ਇਹ ਹੈ ਕਿ ਪਾਕਿਸਤਾਨ ਤੋਂ ਚੱਲਦੇ ਸੀ ਭਾਰਤ ਵਿਰੋਧੀ ਫਰਜ਼ੀ ਖਬਰਾਂ ਤੇ ਹੋਰ ਸਮੱਗਰੀ ਇਹ ਚਲਾਉਂਦੇ ਸੀ ਅਤੇ ਇਹਨਾਂ ਸਾਰਿਆਂ ਨੂੰ ਬਲੌਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਮੰਤਰਾਲੇ ਨੇ ਕਿਹਾ ਕਿ ਬਲੌਕ ਕੀਤੇ ਖਾਤਿਆਂ ਵਿੱਚ ਭਾਰਤੀ ਹਥਿਆਰਬੰਦ ਬਲਾਂ ਯਾਨੀ ਕਿ ਭਾਰਤੀ ਫੌਜਾਂ, ਕਸ਼ਮੀਰ, ਦੂਜੇ ਦੇਸ਼ਾਂ ਨਾਲ ਭਾਰਤ ਦੇ ਵਿਦੇਸ਼ੀ ਸੰਬੰਧਾਂ ਅਤੇ ਸਾਬਕਾ ਸੀਡੀਐਸ ਵਿਪਨ ਰਾਵਤ ਦੀ ਮੌਤ ਬਾਰੇ ਸਮੱਗਰੀ ਪਾਈ ਹੋਈ ਸੀ। पिछले महीने में मिनिस्ट्री ऑफ इंफॉर्मेशन और ब्रॉडकास्टिंग ने पहली बार जो डिजिटल मीडिया और इंटरमीडियरी गाइडलाइंस इशू हुई थी फरवरी 2021 में, उसके तहत उसको यूज़ करते हुए हमने कुछ पाकिस्तानी चैनल्स को ब्लॉक किया था। और आज हम फिर से
कोई लगभग 35 यूट्यूब की चैनल्स, 2 वेबसाइट, इंस्टाग्राम अकाउंट हैं, 1-2 फेसबुक अकाउंट हैं, इनको हमने फिर ब्लॉक करने का कल आदेश पारित किया। ये जो अकाउंट्स हैं इस पे कोई लगभग 1 करोड़ 20 लाख, देयर आर अबाउट 1 करोड़ 20 लाख सब्सक्राइबर्स एंड टोटल मोर देन 130 करोड़ व्यूज। इट्स अ ह्यूज दिस थिंग, 130 करोड़ व्यूज ऑन यूट्यूब। So, and these channels, they are very, very toxic channels. In the presentation, we'll give you a brief glimpse of what sort of calumny and what sort of falsehood is being passed against India. All these channels are based in Pakistan. ਪੰਜਾਬ ਪੁਲਿਸ ਨੇ ਪੁਲਿਸ ਮੁਲਾਜ਼ਮਾਂ ਤੇ ਅਫਸਰਾਂ ਨੂੰ ਜਾਲੀ ਤਰੱਕੀਆਂ ਦੇਣ ਦੇ ਦੋਸ਼ ਵਿੱਚ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਪੀਏ ਕੁਲਵਿੰਦਰ ਸਿੰਘ ਨੂੰ ਹੀ ਗ੍ਰਿਫਤਾਰ ਕੀਤਾ ਹੈ ਤੇ ਇਸ ਜਿਹੜੇ ਬਦਲੀਆਂ ਦੇ ਹੁਕਮ ਜਾਰੀ ਕੀਤੇ ਸੀ ਉਹਨਾਂ ਤੇ ਜਿਹੜੇ ਸਿਗਨੇਚਰ ਸੀ ਉਹ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਕੀਤੇ ਹੋਏ ਸੀ, ਜਿਹੜੇ ਕਿ ਹੁਣ ਇਸ ਅਹੁਦੇ ਤੇ ਨਹੀਂ ਹੈਗੇ। ਇਸ ਤੋਂ ਪਹਿਲਾਂ 5 ਮੁਲਜ਼ਮ ਹੋਰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ, ਜਿਹੜੇ ਪੁਲਿਸ ਰਿਮਾਂਡ ਤੇ ਨੇ ਤੇ ਇਹ ਕਿਹਾ ਜਾ ਰਿਹਾ ਕਿ ਕੁਲਵਿੰਦਰ ਕੋਲ ਇਸ ਧੋਖਾਧੜੀ ਦੀ ਸਾਰੀ ਜਾਣਕਾਰੀ ਸੀ ਤੇ ਧੋਖਾਧੜੀ ਵਿੱਚ ਉਹਨੇ ਮਦਦ ਵੀ ਕੀਤੀ ਸੀ। ਇਸ ਕੇਸ ਦੇ ਮੁੱਖ ਮੁਲਜ਼ਮ ਹਰਵਿੰਦਰ ਸਿੰਘ ਨੂੰ ਫਰਜ਼ੀ ਤਰੱਕੀ ਦੇ ਆਰਡਰ ਜਾਰੀ ਕਰਨ ਵਿੱਚ ਉਸ ਦੇ ਵੱਲੋਂ ਪੂਰੀ ਮਦਦ ਕੀਤੀ ਗਈ ਸੀ। ਹਾਲ ਦੀ ਘੜੀ ਪੁਲਿਸ ਇਸ ਬਾਰੇ ਕੁਝ ਨਹੀਂ ਬੋਲ ਰਹੀ ਕਿਉਂਕਿ ਪੁਲਿਸ ਦੇ ਨਾਲ ਹੀ ਜੁੜਿਆ ਹੋਇਆ ਮਾਮਲਾ ਹੈ। ਕੁਲਵਿੰਦਰ ਸਿਧਾਰਥ ਚਟੋਪਾਧਿਆਏ ਦੇ ਨਾਲ ਇਸ ਤੋਂ ਪਹਿਲਾਂ ਡੀਜੀਪੀ ਰਹੇ ਇਕਬਾਲਪ੍ਰੀਤ ਸਿੰਘ ਸੋਹਤਾ ਦੇ ਪੀਏ ਵਜੋਂ ਵੀ ਕੰਮ ਕਰ ਚੁੱਕਿਆ। ਲਖੀਮਪੁਰ ਖੀਰੀ ਕਤਲकांड ਦੇ ਨਾਲ ਜੁੜੀ ਹੋਈ ਅਪਡੇਟ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਮੁੱਖ ਮੁਲਜ਼ਮ ਪੁੱਤਰ ਆਸ਼ੀਸ਼ ਮਿਸ਼ਰਾ ਦੇ ਡਰਾਈਵਰ ਅਤੇ ਸਮਰਥਕਾਂ ਦੀ ਕੁੱਟਮਾਰ ਕਰਨ ਅਤੇ ਵਾਹਨਾਂ ਦੀ ਭੰਨਤੋੜ ਕਰਨ ਦੇ ਮਾਮਲੇ ਵਿੱਚ 7 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਪਰ 3 ਜਣਿਆਂ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ ਤੇ ਹੁਣ ਇਹ ਤਿੰਨੇ ਛੇਤੀ ਜੇਲ੍ਹ ਚੋਂ ਰਿਹਾ ਹੋ ਸਕਦੇ ਨੇ। ਪਰ ਇੰਨੇ ਦਿਨ ਜਿਹੜਾ ਇਹਨਾਂ ਨੂੰ ਜੇਲ੍ਹ ਵਿੱਚ ਰਹਿਣਾ ਪਿਆ, ਉਹਦਾ ਦੇਣਾ ਕੌਣ ਦੇਊਗਾ? ਉਹਦਾ ਲੇਖਾ ਜੋਖਾ ਕੌਣ ਕਰੂਗਾ? ਕੀ ਉਹਨਾਂ ਨੂੰ ਇਨਸਾਫ ਮਿਲੂਗਾ ਜਿਹੜਾ ਬਦਨਾਮੀ ਇਹਨਾਂ ਨੂੰ ਝੱਲਣੀ ਪਈ? ਸਿੱਟ ਨੇ ਆਪਣੀ ਜਾਂਚ ਵਿੱਚ 4 ਮੁਲਜ਼ਮਾਂ ਦੇ ਖਿਲਾਫ ਕਤਲ, ਦੰਗੇ, ਅਗਜ਼ਨੀ, ਤੋੜਫੋੜ ਤੇ ਉਕਸਾਉਣ ਸਮੇਤ ਕਈ ਧਾਰਾਵਾਂ ਤਹਿਤ ਚਾਰਜਸ਼ੀਟ ਦਾਖਲ ਕੀਤੀ ਹੈ। ਰਣਜੀਤ ਸਿੰਘ, ਅਵਤਾਰ ਸਿੰਘ ਤੇ ਸੋਨੂ ਬੇਕਸੂਰ ਪਾਏ ਗਏ ਨੇ, ਜਦਕਿ ਵਚਿੱਤਰ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਤੇ ਕਮਲਜੀਤ ਨੂੰ ਦੋਸ਼ੀ ਬਣਾਇਆ ਗਿਆ ਹੈ। ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ ਦਿੱਲੀ ਦੇ ਸੇਵਾਦਾਰਾਂ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੂੰ 2 ਮੰਗ ਪੱਤਰ ਦਿੱਤੇ ਨੇ। ਇੱਕ ਦੇ ਵਿੱਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਅਤੇ ਦੂਸਰੀ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਜੇਲ੍ਹ ਤੋਂ ਪੰਜਾਬ ਤਬਦੀਲ ਕਰਨ ਦੀਆਂ ਬੇਨਤੀਆਂ ਨੇ ਅਪੀਲ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਿਹਾਈ ਮੋਰਚੇ ਦੇ ਅੰਤਰਿੰਗ ਬੋਰਡ ਮੈਂਬਰ ਡਾਕਟਰ ਪਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਅਸੀਂ ਸਪੀਕਰ ਨੂੰ ਵਿਸਥਾਰ ਨਾਲ ਦੋਵਾਂ ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ ਅਤੇ ਅਪੀਲ ਕੀਤੀ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਲਾਹ ਦੇ ਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਮੁਮਕਿਨ ਬਣਾਇਆ ਜਾਵੇ ਤੇ ਇਸ ਦੇ ਨਾਲ ਹੀ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ 77 ਸਾਲ ਦੀ ਉਮਰ ਹੈ। ਹਰ 15 ਦਿਨਾਂ ਬਾਅਦ ਉਹ ਭਾਈ ਸਾਹਿਬ ਦੇ ਨਾਲ ਦਿੱਲੀ ਜਾ ਕੇ ਮੁਲਾਕਾਤ ਕਰ ਨਹੀਂ ਸਕਦੇ, ਇਸ ਕਰਕੇ ਹਵਾਰਾ ਨੂੰ ਦਿੱਲੀ ਤੋਂ ਪੰਜਾਬ ਸ਼ਿਫਟ ਕੀਤਾ ਜਾਵੇ ਕਿਉਂਕਿ ਹੁਣ ਦਿੱਲੀ ਵਾਲੇ ਸਾਰੇ ਕੇਸ ਨੇ ਜਿਹੜੇ ਉਹਨਾਂ ਦੇ ਖਤਮ ਹੋ ਚੁੱਕੇ ਨੇ। ਤੁੱਕ ਨਹੀਂ ਬਣਦੀ ਕਾਨੂੰਨੀ ਤੌਰ ਤੇ ਦਿੱਲੀ ਰੱਖਣ ਦੀ। ਪੰਜਾਬ ਚੋਣਾਂ ਦੇ ਨਾਲ ਜੁੜੀਆਂ ਕੁਝ ਹੋਰ ਅਹਿਮ ਅਪਡੇਟਸ ਤੁਹਾਨੂੰ ਦੱਸ ਦਿੰਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿੱਧਾ ਚੈਲੰਜ ਕੀਤਾ ਹੈ, ਖੁੱਲੀ ਚੁਣੌਤੀ ਕੀਤੀ ਹੈ ਕਿ ਕੇਜਰੀਵਾਲ ਪੰਜਾਬ ਆ ਕੇ ਮੇਰੇ ਵਿਧਾਨ ਸਭਾ ਹਲਕੇ ਤੋਂ ਮੇਰੇ ਖਿਲਾਫ ਚੋਣ ਲੜ ਕੇ ਦੇਖ ਲੈਣ, ਪਤਾ ਲੱਗ ਜਾਊਗਾ ਕਿ ਕੌਣ ਹਾਰ ਰਿਹਾ ਹੈ। ਦਰਅਸਲ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਸੀ ਕਿ ਸਰਵੇ ਦੱਸ ਰਿਹਾ ਚੰਨੀ ਜੀ ਚਮਕੌਰ ਸਾਹਿਬ ਤੋਂ ਚੋਣ ਹਾਰ ਰਹੇ ਨੇ। ਉਸ ਤੋਂ ਬਾਅਦ ਚੰਨੀ ਨੇ ਇਹ ਚੈਲੰਜ ਕੀਤਾ ਹੈ। ਚੰਨੀ ਨੇ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਪਰ ਉਹਨਾਂ ਦਾ ਸੁਪਨਾ ਨਹੀਂ ਪੂਰਾ ਹੋਏਗਾ। ਉਧਰ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਹੜੀ ਕਾਂਗਰਸ ਦੀ ਇਕਾਈ ਹੈ, ਸੂਬਾ ਇਕਾਈ ਹੈ, ਪੰਜਾਬ ਇਕਾਈ ਹੈ, ਉਸ ਦੇ ਵਿੱਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨ ਦੀ ਮੰਗ ਵੱਧਦੀ ਜਾ ਰਹੀ ਹੈ। ਹਾਈ ਕਮਾਂਡ ਤੇ ਦਬਾਅ ਹੈ ਜਿਹੜਾ ਉਹ ਵੱਧਦਾ ਜਾ ਰਿਹਾ ਹੈ ਤੇ ਕਈ ਕਾਂਗਰਸ ਦੇ ਲੀਡਰ ਮੁੱਖ ਮੰਤਰੀ ਚੰਨੀ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੇ ਹੱਕ ਵਿੱਚ ਨੇ। ਕਈ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੀਡਰਾਂ ਅਤੇ ਹੋਰ ਕਈ ਕਾਂਗਰਸ ਦੇ ਆਗੂਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਸਮਰਥਨ ਦਿੱਤਾ ਹੈ। ਕਾਂਗਰਸ ਹਾਈ ਕਮਾਂਡ ਨੇ ਹਾਲਾਂਕਿ ਇਸ ਵਾਰ ਦੀਆਂ ਚੋਣਾਂ ਬਿਨਾਂ ਸੀਐਮ ਚਿਹਰੇ ਤੋਂ ਲੜਨ ਦਾ ਫੈਸਲਾ ਲਿਆ ਹੈ, ਪਰ ਇਸ ਵਿੱਚ ਜਿਹੜੀ ਸੂਬੇ ਦੀ ਇਕਾਈ ਹੈ ਉਸ ਦੇ ਕਈ ਲੀਡਰਾਂ ਨੇ ਹਾਈ ਕਮਾਂਡ ਨੂੰ ਇਸ ਮਾਮਲੇ ਤੇ ਸਥਿਤੀ ਸਪਸ਼ਟ ਕਰਨ ਨੂੰ ਕਿਹਾ ਹੈ। ਸੀਨੀਅਰ ਲੀਡਰ ਤੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪਾਰਟੀ ਨੇ 2012 ਤੇ 17 ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ। ਚੰਨੀ ਨੇ 3 ਮਹੀਨਿਆਂ ਦੇ ਵਿੱਚ ਆਪਣੀ ਕਾਬਲੀਅਤ ਸਾਬਤ ਕਰ ਦਿੱਤੀ ਤੇ ਜਦੋਂ ਇੱਕ ਵਿਅਕਤੀ ਪਹਿਲਾਂ ਹੀ ਆਪਣੀਆਂ ਉਮੀਦਾਂ ਤੇ ਖਰਾ ਉਤਰ ਚੁੱਕਿਆ ਹੈ ਤਾਂ ਫਿਰ ਸੀਐਮ ਚਿਹਰੇ ਦੇ ਐਲਾਨ ਬਾਰੇ ਦੁਚਿੱਤੀ ਨਹੀਂ ਹੋਣੀ ਚਾਹੀਦੀ। ਬ੍ਰਹਮ ਮਹਿੰਦਰਾ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਆਪੋ ਆਪਣੇ ਸੀਐਮ ਚਿਹਰੇ ਐਲਾਨ ਚੁੱਕੇ ਨੇ ਤਾਂ ਫਿਰ ਕਾਂਗਰਸ ਦੇ ਲਈ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਰਾਣਾ ਗੁਰਜੀਤ ਸਿੰਘ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੂਵਾਲੀਆ ਨੇ ਵੀ ਚੰਨੀ ਦੇ ਨਾਮ ਦਾ ਸਮਰਥਨ ਕੀਤਾ ਹੈ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵੀਡੀਓ ਬੰਬ ਸੁੱਟਿਆ ਹੈ। ਈਡੀ ਦੇ ਛਾਪੇ ਦੌਰਾਨ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਦੇ ਘਰੋਂ ਕਰੋੜਾਂ ਰੁਪਏ ਜ਼ਬਤ ਹੋਏ ਨੇ, ਉਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਤੇ ਅਕਾਲੀ ਦਲ ਨੇ ਹਮਲਾ ਬੋਲਿਆ ਹੈ। ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਖਾਸ ਕਰਕੇ ਬਿਕਰਮ ਸਿੰਘ ਮਜੀਠੀਆ ਜਿਹੜੇ ਕਿ ਨਸ਼ਾ ਤਸਕਰੀ ਦੇ ਇਲਜ਼ਾਮ ਚੱਲ ਰਹੇ ਨੇ, ਉਹਨਾਂ ਨੇ ਸੀਐਮ ਚੰਨੀ ਅਤੇ ਭਾਣਜੇ ਭੁਪਿੰਦਰ ਸਿੰਘ ਹਨੀ ਦੀਆਂ ਤਸਵੀਰਾਂ ਤੇ ਵੀਡੀਓਜ਼ ਜਾਰੀ ਕੀਤੀਆਂ ਨੇ। ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਸੀਐਮ ਚੰਨੀ ਨੇ ਜੰਗਲਾਤ ਮਹਿਕਮੇ ਦੀ ਜ਼ਮੀਨ ਤੱਕ ਨਹੀਂ ਛੱਡੀ। ਜੰਗਲਾਤ ਮਹਿਕਮੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਸੀਐਮ ਚੰਨੀ ਦੇ ਆਉਣ ਤੋਂ ਬਾਅਦ ਹੀ ਸ਼ੁਰੂ ਹੋਈ ਹੈ। ਬਿਕਰਮ ਮਜੀਠੀਆ ਨੇ ਚੰਨੀ ਤੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਚੰਨੀ ਰੇਤੇ ਦਾ ਧੰਦਾ ਚਲਾ ਰਹੇ ਨੇ। ਮੁੱਖ ਮੰਤਰੀ ਦੇ ਭਾਣਜੇ ਸਮੇਤ ਹੋਰ ਇਸ ਕਾਰੋਬਾਰ ਦੇ ਵਿੱਚ ਰਲੇ ਹੋਏ ਨੇ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਨੀ ਐਂਡ ਕੰਪਨੀ ਦੀਆਂ ਤਸਵੀਰਾਂ, ਵੀਡੀਓ ਤੇ ਇੱਕ ਸਟਿੰਗ ਵੀਡੀਓ ਪੇਸ਼ ਕਰਕੇ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਕਰੋੜਾਂ ਦੇ ਘੁਟਾਲੇ ਨੂੰ ਬੇਨਕਾਬ ਕਰਨ ਦਾ ਮਜੀਠੀਆ ਨੇ ਦਾਅਵਾ ਕੀਤਾ ਕਿ ਚੰਨੀ ਦਾ ਭਾਣਜਾ ਚੰਨੀ ਦਾ ਸੱਜਾ ਹੱਥ ਹੈ। ਇੱਕ ਫਿਕਰਾ ਵੀ ਬੋਲਿਆ, ਚੰਨੀ ਮਤਲਬ ਹਨੀ ਤੇ ਹਨੀ ਮਤਲਬ ਪੈਸਾ, ਯਾਨੀ ਕਿ ਦੋਨੇ ਇੱਕ ਦੂਸਰੇ ਨਾਲ ਮਿਲ ਕੇ ਖੂਬ ਪੈਸਾ ਕਮਾ ਰਹੇ ਨੇ। ਮਜੀਠੀਆ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਭਾਣਜੇ ਹਨੀ ਨੂੰ ਸਰਕਾਰੀ ਖਰਚੇ ਤੇ ਸੁਰੱਖਿਆ ਕਿਉਂ ਦਿੱਤੀ ਜਾ ਰਹੀ ਹੈ। ਇਸ ਗੱਲ ਦੇ ਸਬੂਤ 'ਚ ਉਹਨਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ, ਜਿਹਦੇ ਵਿੱਚ ਸਰਕਾਰੀ ਗੱਡੀ ਤੇ ਸੁਰੱਖਿਆ ਕਮਾਂਡੋਸ ਭੁਪਿੰਦਰ ਸਿੰਘ ਹਨੀ ਨੂੰ ਸੁਰੱਖਿਆ ਦਿੰਦੇ ਨਜ਼ਰ ਆ ਰਹੇ ਨੇ। ਐਨਵਾਇਰਨਮੈਂਟ ਤੇ ਮਾਈਨਿੰਗ ਦਾ ਮਹਿਕਮਾ ਖੁਦ ਚੰਨੀ ਕੋਲ ਹੋਣ ਤੇ ਸਵਾਲ ਚੁੱਕਦੇ ਮਜੀਠੀਆ ਨੇ ਕਿਹਾ ਕਿ ਗੱਲ ਸ਼ੱਕ ਵਾਲੀ ਨਹੀਂ ਕਿ ਸਭ ਤੋਂ ਜ਼ਿਆਦਾ ਫਾਇਦਾ ਦੇਣ ਵਾਲਾ ਮਹਿਕਮਾ ਮੁੱਖ ਮੰਤਰੀ ਖੁਦ ਚਲਾ ਰਿਹਾ ਹੈ ਤਾਂ ਜੋ ਮੋਟੀ ਕਮਾਈ ਖੁਦ ਕਰ ਸਕੇ। ਆ ਪਹਿਲਾ ਬੰਦਾ ਕੌਣ ਹੈ ਜੀ? ਆ ਤਾਂ ਹੋ ਗਿਆ ਚੰਨੀ, ਆ ਹੋ ਗਿਆ ਹਨੀ, ਤੇ ਆ ਬੰਦੇ ਕੌਣ ਨੇ? ਇਹਨਾਂ ਦੀ ਵੀ ਮੈਂ ਥੋੜੀ, ਔਰ ਇਹਨਾਂ ਬੰਦਿਆਂ ਇਹ ਹੈਗਾ ਜੀ, ਪਹਿਲਾ ਤਾਂ ਹੋ ਗਿਆ ਜਿਹੜਾ ਕਰਤਾ ਧਰਤਾ ਰਾਕੇਸ਼ ਚੌਧਰੀ, ਜਿਹੜਾ ਮਾਈਨਿੰਗ ਦੀ ਪੰਜਾਬ ਦੀ ਖਜ਼ਾਨੇ ਦੀ ਧੱਜੀਆਂ ਉਡਾ ਰਿਹਾ। ਔਰ ਕੱਲਾ ਉਹ ਨਹੀਂ, ਦੇਖੋ ਜਿਹੜਾ ਸਭ ਤੋਂ ਵੱਡਾ ਕ੍ਰਾਈਮ ਇੱਕ ਹੋਰ ਕਰ ਰਿਹਾ ਇਹ, ਵਿਦਆਊਟ ਐਨਵਾਇਰਨਮੈਂਟਲ ਕਲੀਅਰੈਂਸਿਸ, ਐਨਵਾਇਰਨਮੈਂਟ ਦੀ ਕਿਵੇਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਚੰਨੀ, ਹਨੀ ਤੇ ਮਨੀ ਤੇ ਕਾਂਗਰਸ, ਮਤਲਬ ਇਹ ਕਿਸੇ ਖਜ਼ਾਨੇ 'ਚ ਪੰਜਾਬ ਦੇ ਸਿੱਧੀ ਲੁੱਟ ਹੈ ਖਜ਼ਾਨੇ ਦੀ ਲੋਕਾਂ ਦੀ। ਔਰ ਠੋਕੋ ਤਾਲੀ ਚੁੱਪ। ਸੀਐਮ ਦਾ ਜ਼ਿਕਰ ਆ ਗਿਆ ਜੀ। ਸੀਐਮ ਨੇ ਤਾਂ ਵਖਾਣਾ ਡੀਐਫਓ ਨਾ ਕਰਨੀ, ਨਾ ਤੇ ਰੇਂਜਰ ਨਾ ਕਰਨੀ ਹੈ। ਸੀਐਮ ਨੇ ਤਾਂ ਸਿੱਧਾ ਤੁਹਾਨੂੰ ਬੁਲਾਉਣਾ ਉੱਤੇ ਜੇ ਤੁਸੀਂ ਜ਼ਿਆਦਾ ਤੰਗ ਕਰੀਏ। ਦੂਏ ਦਿਨ ਸਾਨੂੰ ਆ ਗਿਆ ਮੇਰੇ ਫੋਨ ਵੀ ਤੇਰੀ ਬਦਲੀ ਉੱਥੇ ਦੀ ਹੋ ਰਹੀ ਹੈ ਬਠਿੰਡੇ ਦੀ ਗਾੜ ਬਸ ਸਵੇਰੇ ਬਾਈ ਮਿਲਣਾ ਮੈਂ ਕਿਆ ਹੋ ਗਿਆ? ਉਹ ਮਿਲ ਕੇ ਦੱਸਦਾ ਬਾਈ, ਮਿਲ ਕੇ ਦੱਸਦਾ ਮੈਨੂੰ ਬਹੁਤ ਭਾਰੀ ਗੱਲ ਹੋਈ। ਇਕਬਾਲ ਸਿੰਘ ਸਰਪੰਚ ਨਾਂ ਦੇ ਵਿਅਕਤੀ ਦੀ ਮਾਤਾ ਵਾਲੀ ਫੋਟੋ ਜਾਰੀ ਕਰਦਿਆਂ ਮਜੀਠੀਆ ਨੇ ਉਸ ਨੂੰ ਚੰਨੀ ਦਾ ਖਾਸ ਆਦਮੀ ਤੇ ਬਿਜ਼ਨਸ ਭਾਈਵਾਲ ਦੱਸਿਆ। ਦਰਸ਼ਨ ਸਿੰਘ ਨਾਂ ਦੇ ਇੱਕ ਵਿਅਕਤੀ ਵੱਲੋਂ ਕੀਤੇ ਗਏ ਸਟਿੰਗ ਆਪਰੇਸ਼ਨ ਦੀ ਵੀਡੀਓ ਜਾਰੀ ਕਰਦੇ ਹੋਏ ਮਜੀਠੀਆ ਨੇ ਦੱਸਿਆ ਕਿ ਕਿਵੇਂ ਮੁੱਖ ਮੰਤਰੀ ਦੇ ਆਪਣੇ ਇਲਾਕੇ ਚਮਕੌਰ ਸਾਹਿਬ ਵਿੱਚ ਜੰਗਲਾਤ ਮਹਿਕਮੇ ਅਤੇ ਕੇਂਦਰ ਸਰਕਾਰ ਦੀ ਜ਼ਮੀਨ ਵਿੱਚ ਪਾਬੰਦੀਆਂ ਦੇ ਬਾਵਜੂਦ ਗੈਰ ਕਾਨੂੰਨੀ ਮਾਈਨਿੰਗ 24 ਘੰਟੇ ਚੱਲ ਰਹੀ ਹੈ। ਸਟਿੰਗ ਕਰਨ ਵਾਲੇ ਦਰਸ਼ਨ ਸਿੰਘ ਨੇ ਵੀ ਮੀਡੀਆ ਦੇ ਸਾਹਮਣੇ ਇਹ ਗੱਲ ਰੱਖੀ ਕਿ ਮੈਨੂੰ ਡਰਾਇਆ ਧਮਕਾਇਆ ਗਿਆ ਹੈ, ਮੁੱਖ ਮੰਤਰੀ ਤੇ ਉਸਦੇ ਸਹਿਯੋਗੀਆਂ ਤੋਂ ਮੈਨੂੰ ਜਾਨ ਨੂੰ ਖਤਰਾ ਹੈ, ਤੇ ਇਹ ਵੀ ਕਿਹਾ ਕਿ ਜੇ ਕੱਲ੍ਹ ਮੈਨੂੰ ਕੁਝ ਹੁੰਦਾ ਹੈ ਤਾਂ ਉਸਦੇ ਜ਼ਿੰਮੇਵਾਰ ਚੰਨੀ ਤੇ ਉਹਨਾਂ ਦੇ ਸਹਿਯੋਗੀ ਹੋਣਗੇ। As of now, ਹੁਣ I feel tremendous amount of fear for my life. ਮੈਨੂੰ ਇਹ ਜਾਨ ਤੋਂ ਮਾਰ ਸਕਦੇ ਨੇ, ਔਰ ਜੇ ਖੁਦਾ ਨਾ ਖਾਸਤ ਮੈਨੂੰ ਕੁਝ ਹੋ ਜਾਂਦਾ ਹੈ, ਉਹਦੇ ਜ਼ਿੰਮੇਵਾਰ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ, ਪੰਜਾਬ ਪੁਲਿਸ ਭੁਪਿੰਦਰ ਸਿੰਘ ਹਨੀ, ਰਾਕੇਸ਼ ਕੁਮਾਰ ਚੌਧਰੀ, ਮੋਹਨਪਾਲ ਸਿੰਘ ਤੇ ਅਸ਼ੋਕ ਕੁਮਾਰ ਚਾਂਡਕ ਹੋਣਗੇ, ਤੇ ਇਹ ਗੁਰਪ੍ਰੀਤ ਸਿੰਘ ਔਰ ਚੀਫ ਮਿਨਿਸਟਰ ਦੇ ਬ੍ਰਦਰ ਮਨਮੋਹਨ ਸਿੰਘ ਹੋਣਗੇ। ਮੈਨੂੰ ਇਹਨਾਂ ਵੱਲੋਂ ਪ੍ਰੈਸ ਕਾਨਫਰੰਸ ਹੁਣ ਕੀਤੀ ਹੈ। ਪ੍ਰੈਸ ਕਾਨਫਰੰਸ ਤੋਂ ਬਾਅਦ ਮੈਨੂੰ ਇਹ ਕਦੇ ਵੀ ਮਾਰ ਸਕਦੇ ਆ, ਮੈਨੂੰ ਕਦੇ ਵੀ ਕੁਝ ਹੋ ਸਕਦਾ ਹੈ। ਕੱਲ ਰਾਤ ਨੂੰ ਮੈਂ ਕਾਫੀ ਦਿਨਾਂ ਤੋਂ ਇਸ ਇਲੀਗਲ ਸੈਂਡ ਮਾਈਨਿੰਗ ਦੇ ਉੱਤੇ ਰਿਸਰਚ ਕੀਤੀ ਹੈ, ਕੰਮ ਕੀਤਾ ਹੈ, ਤੇ ਐਡਿਕੁਏਟ ਪ੍ਰੂਫਸ ਐਂਡ ਵੀਡੀਓਜ਼ ਸਟਿੰਗ ਆਪਰੇਸ਼ਨ ਕੀਤੇ ਨੇ, ਜੋ ਕਿ ਬਹੁਤ ਨੇ, ਬਹੁਤ। ਇਹਦੇ ਵਿੱਚ ਅਲੱਗ ਠੇਕੇਦਾਰ, ਅਲੱਗ ਕਾਂਗਰਸ ਦੇ ਲੀਡਰਸ, ਅਲੱਗ ਜਿਹੜੇ ਲੋਕਲ ਕਿਰਦਾਰ ਭੁਪਿੰਦਰ ਹਨੀ,
ਚੀਫ ਮਿਨਿਸਟਰ ਇਕਬਾਲ ਸਿੰਘ, ਬਿੰਦਰ ਸਿੰਘ, ਰਾਕੇਸ਼ ਕੁਮਾਰ ਚੌਧਰੀ, ਇਹਨਾਂ ਦੇ ਉੱਤੇ ਮਟੀਰੀਅਲ ਹੈ, ਸਟਿੰਗ ਆਪਰੇਸ਼ਨਸ ਨੇ, ਜਿਹੜੇ ਅਗਲੀ ਪ੍ਰੈਸ ਕਾਨਫਰੰਸਿਸ ਦੇ ਵਿੱਚ ਵੀ ਤੁਹਾਡੇ ਸਾਹਮਣੇ ਰੱਖਾਂ। ਅਖੀਰ ਵਿੱਚ ਮਜੀਠੀਆ ਨੇ ਕਿਹਾ ਕਿ ਹੋਰ ਪ੍ਰੈਸ ਕਾਨਫਰੰਸ ਕਰਕੇ ਅਗਲੀ ਪ੍ਰੈਸ ਕਾਨਫਰੰਸ ਦੇ ਵਿੱਚ ਹੋਰ ਖੁਲਾਸੇ ਕਰਾਂਗਾ, ਤੁਸੀਂ ਇੰਤਜ਼ਾਰ ਕਰੋ। ਜਾਲੀ ਭਰਤੀਆਂ ਦੇ ਮਾਮਲੇ ਵਿੱਚ ਮਜੀਠੀਆ ਨੇ ਕਿਹਾ ਕਿ ਠੋਕੋ ਤਾਲੀ ਨਵਜੋਤ ਸਿੰਘ ਇਸ ਮਾਮਲੇ ਤੇ ਚੁੱਪ ਕਿਉਂ ਬੈਠੇ ਨੇ। ਜਲਾਲਾਬਾਦ ਆਪਣੇ ਹਲਕੇ ਦੇ ਵਿੱਚ ਪਹੁੰਚੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮੁੱਖ ਮੰਤਰੀ ਚੰਨੀ ਦੇ ਖਿਲਾਫ ਵੱਡਾ ਬਿਆਨ ਦਿੱਤਾ। ਕਿਹਾ ਕਿ ਚੰਨੀ ਦੇ ਆਪਣੇ ਘਰ ਦੇ ਵਿੱਚ ਪੈਸਾ ਰੱਖਿਆ ਹੋਇਆ ਹੈ, ਆਪਣੇ ਸਰਕਾਰੀ ਘਰ ਦੇ ਵਿੱਚ ਕਹਿੰਦੇ ਉਹਨਾਂ ਨੇ ਪੈਸਾ ਰੱਖਿਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਸੀਐਮ ਕੈਂਡੀਡੇਟ ਭਗਵੰਤ ਮਾਨ ਤੇ ਵੀ ਹਮਲਾ ਬੋਲਿਆ। ਕਹਿੰਦੇ ਭਗਵੰਤ ਮਾਨ ਸ਼ਰਾਬ ਨਾਲ ਡੱਕਿਆ ਰਹਿੰਦਾ ਹੈ, ਕਈ ਵਾਰੀ ਧਾਰਮਿਕ ਥਾਵਾਂ ਤੋਂ ਸੰਗਤ ਉਹਨਾਂ ਨੂੰ ਬਾਹਰ ਕੱਢ ਚੁੱਕੀ ਹੈ। ਆਮ ਆਦਮੀ ਪਾਰਟੀ ਤੇ ਪੈਸੇ ਲੈ ਕੇ ਟਿਕਟਾਂ ਦੇਣ ਦੇ ਇਲਜ਼ਾਮ ਵੀ ਲਾਏ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਾਸਤੇ ਲੜਨ ਵਾਲੀ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ, ਇਹ ਦਾਅਵਾ ਕੀਤਾ। ਸਿਟੀ ਸੈਂਟਰ ਸਕੈਮ ਹੋਇਆ ਜਿੱਥੇ 1000 ਕਰੋੜ ਦਾ ਕਪਲਾ ਹੋਇਆ, ਚੰਨੀ ਦੇ ਭਰਾ ਉੱਥੇ ਚੀਫ ਨੇ ਜੀ, ਉਹਦੇ ਖਿਲਾਫ ਮੇਨ ਪਰਚਾ ਉਹਦੇ ਖਿਲਾਫ ਹੈ ਕਰੋੜਾਂ ਰੁਪਏ ਦਾ। ਹੁਣ ਵੀ 3 ਮਹੀਨੇ ਚੰਨੀ ਨੇ ਕੱਲਾ ਆ ਜਿਹੜਾ ਭਾਂਜਾ ਹੈ, ਤੁਸੀਂ ਹਰ ਜਗ੍ਹਾ ਦੇਖ ਲਓ, ਆ ਭਾਂਜਾ ਹਰ ਚੀਜ਼ ਚ ਅੱਗੇ ਸੀ, ਬਦਲੀਆਂ ਕਰਾਉਣੀਆਂ, ਪੋਸਟਿੰਗ ਕਰਾਉਣੇ, ਐਸਐਸਪੀ ਲਾਉਣੇ, ਰੇਤਾ ਦਾ ਮਾਫੀਆ, ਸ਼ਰਾਬ ਦਾ, ਜਿੰਨੀਆਂ ਡਿਸਟਿਲਰੀਆਂ ਪੰਜਾਬ ਦੀਆਂ, ਚੰਨੀ ਨੇ 2-2 ਕਰੋੜ ਰੁਪਇਆ ਸਾਰੀਆਂ ਡਿਸਟਿਲਰੀਆਂ ਤੋਂ ਲਿੱਤਾ ਪਿਛਲੇ 1.5 ਮਹੀਨੇ ਦੇ ਅੰਦਰ ਅੰਦਰ। 2-2 ਕਰੋੜ ਰੁਪਇਆ ਹਰ ਡਿਸਟਿਲਰੀ ਤੋਂ ਚੰਨੀ ਨੇ ਲਿੱਤਾ ਹੈ। ਹੁਣ ਵੀ ਤੁਸੀਂ ਦੇਖ ਲਓ ਕੰਧਾਂ ਤੇ ਕੀ ਲਿਖਿਆ, ਕੇਜਰੀਵਾਲ ਨੂੰ ਮੌਕਾ ਦਿਓ, ਕੀ ਉਹ ਪੋਸਟਰ ਚੇਂਜ ਕਰੂਗਾ? ਜਦੋਂ ਭਗਵੰਤ ਮਾਨ ਸੀਐਮ ਹੈ, ਮੈਂ ਉਹਨਾਂ ਦੀ ਇੰਟਰਵਿਊ ਦੇਖੀ ਹੈ, ਭਗਵੰਤ ਮਾਨ ਨੂੰ ਤਾਂ ਬੋਲਣ ਨਹੀਂ ਦਿੰਦੇ, ਸਾਰਾ ਕੁਝ ਹੀ ਕੇਜਰੀਵਾਲ ਕਹਿੰਦਾ ਮੈਂ ਆਹ ਕਰੂੰਗਾ, ਕੇਜਰੀਵਾਲ ਆਹ ਕਰੂੰਗਾ। ਕੀ ਮੁੱਖ ਮੰਤਰੀ ਕੇਜਰੀਵਾਲ ਡਿਫੈਕਟੋ ਬਣੂਗਾ? ਕੀ ਭਗਵੰਤ ਮਾਨ ਨੂੰ ਕੁਝ ਕੀ ਆਪਣਾ ਅੱਗੇ ਮੋਹਰਾ ਰੱਖਿਆ? ਕੀ ਹੁਣ ਪੰਜਾਬ ਦੀ ਜਨਤਾ ਆਮ ਆਦਮੀ ਤੋਂ ਪੁੱਛਣਾ ਚਾਹੁੰਦੀ ਹੈ ਕਿ ਪੰਜਾਬ ਦੀ ਜਨਤਾ ਕੇਜਰੀਵਾਲ ਤੇ ਵਿਸ਼ਵਾਸ ਕਰੇ ਜਾਂ ਭਗਵੰਤ ਮਾਨ ਤੇ ਵਿਸ਼ਵਾਸ ਕਰੇ? ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੜ ਪ੍ਰੈਸ ਕਾਨਫਰੰਸ ਕੀਤੀ, ਪੰਜਾਬ ਮਾਡਲ ਬਾਰੇ ਚਰਚਾ ਕੀਤੀ, ਕਿਹੜੇ ਜ਼ਿਲ੍ਹੇ ਨੂੰ ਕੀ ਦਿੱਤਾ ਜਾਏਗਾ ਇਹ ਦੱਸਿਆ ਨਵਜੋਤ ਸਿੰਘ ਸਿੱਧੂ ਨੇ ਤਾਜ਼ਾ ਪ੍ਰੈਸ ਕਾਨਫਰੰਸ ਦੇ ਵਿੱਚ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਨੂੰ ਆਈਟੀ ਹੱਬ ਵਜੋਂ ਵਿਕਸਿਤ ਕੀਤਾ ਜਾਏਗਾ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਬੈਂਗਲੌਰ, ਹੈਦਰਾਬਾਦ, ਗੁੜਗਾਉਂ ਨਾ ਜਾਣਾ ਪਵੇ। ਕਪੂਰਥਲਾ ਤੇ ਬਟਾਲਾ ਫਾਊਂਡਰੀ ਦੇ ਹੱਬ ਵਜੋਂ ਮੁੜ ਵਿਕਸਿਤ ਕੀਤੇ ਜਾਣਗੇ। ਪਟਿਆਲਾ ਸ਼ਹਿਰ ਸ਼ਾਹੀ ਸ਼ਹਿਰ ਪਟਿਆਲਾ ਫੁਲਕਾਰੀ ਗਹਿਣੇ ਫੂਡ ਪ੍ਰੋਸੈਸਿੰਗ ਕਲਸਟਰ ਦੇ ਵਜੋਂ ਵਿਕਸਿਤ ਕੀਤਾ ਜਾਏਗਾ। ਜਲੰਧਰ ਤੇ ਅੰਮ੍ਰਿਤਸਰ ਨੂੰ ਮੈਡੀਕਲ ਸੈਰ ਸਪਾਟੇ ਦੇ ਹੱਬ ਵਜੋਂ ਵਿਕਸਿਤ ਕੀਤਾ ਜਾਊਗਾ। ਜਲੰਧਰ, ਅੰਮ੍ਰਿਤਸਰ ਤੇ ਮੁਹਾਲੀ ਲਈ ਵਿਸ਼ੇਸ਼ ਆਰਥਿਕ ਜ਼ੋਨ ਵੀ ਮੰਗੇ ਜਾਣਗੇ। ਮਲੋਟ ਤੇ ਸ੍ਰੀ ਮੁਕਤਸਰ ਸਾਹਿਬ ਨੂੰ ਖੇਤੀ ਉਪਕਰਨਾਂ ਦੇ ਲਈ ਵਿਕਸਿਤ ਕੀਤਾ ਜਾਊਗਾ। ਬਠਿੰਡਾ ਤੇ ਮਾਨਸਾ ਪੈਟਰੋਕੈਮੀਕਲ ਰਿਫਾਈਨਰੀ ਤੇ ਫਾਊਂਡਰੀ ਦੇ ਕਲਸਟਰ ਵਜੋਂ ਵਿਕਸਿਤ ਕੀਤੇ ਜਾਣਗੇ। ਜਲੰਧਰ ਨੂੰ ਖੇਡਾਂ ਤੇ ਮੈਡੀਕਲ ਸਮਾਨ ਦੇ ਹੱਬ ਵਜੋਂ ਮੁੜ ਵਿਕਸਿਤ ਕੀਤਾ ਜਾਊਗਾ। ਆਦਮਪੁਰਾ ਹਵਾਈ ਅੱਡਾ ਮੁੜ ਚਾਲੂ ਕੀਤਾ ਜਾਊਗਾ। ਮੰਡੀ ਗੋਬਿੰਦਗੜ੍ਹ ਜੋ ਕਿ ਪਹਿਲਾਂ ਹੀ ਸਟੀਲ ਦਾ ਹੱਬ ਹੈ, ਉੱਥੇ ਗੱਡੀਆਂ ਦੇ ਕਲ ਪੁਰਜ਼ੇ ਬਣਾਉਣ ਨੂੰ ਉਤਸ਼ਾਹਿਤ ਕੀਤਾ ਜਾਊਗਾ। ਲੁਧਿਆਣਾ ਇਲੈਕਟ੍ਰੀਕਲ ਵਹੀਕਲਾਂ ਦਾ ਹੱਬ ਹੋਊਗਾ। ਸਾਈਕਲ ਉੱਥੋਂ ਦਾ ਉਦਯੋਗ ਹੈ, ਕਹਿੰਦੇ ਅਸੀਂ ਬੈਟਰੀ ਉਦਯੋਗ ਲੈ ਕੇ ਆਵਾਂਗੇ ਉੱਥੇ। ਪੰਜਾਬ ਨੂੰ ਈਵੀ ਹੱਬ ਬਣਾਉਣ ਲਈ ਸੈਮੀਕੰਡਕਟਰ ਨੀਤੀ ਵੀ ਲਿਆਂਦੀ ਜਾਏਗੀ। ਇਸ ਤੋਂ ਇਲਾਵਾ ਸਿੱਧੂ ਨੇ ਸੂਬੇ ਦੇ ਵਿੱਚ 13 ਫੂਡ ਪਾਰਕ ਖੋਲਣ ਦੀ ਗੱਲ ਵੀ ਕਹੀ, ਜੋ ਕਿ ਨਿੱਜੀ ਕੰਪਨੀਆਂ ਵੱਲੋਂ ਨਹੀਂ ਸਗੋਂ ਪੰਜਾਬ ਦੇ ਨੌਜਵਾਨਾਂ ਵੱਲੋਂ ਚਲਾਏ ਜਾਣਗੇ। ਪਰ ਇੱਥੇ ਤੁਹਾਨੂੰ ਅਸੀਂ ਇਹ ਵੀ ਦੱਸ ਦਿੰਦੇ ਹਾਂ ਕਿ 2017 ਦਾ ਚੋਣ ਮੈਨੀਫੈਸਟੋ ਤੁਸੀਂ ਖੋਲ ਕੇ ਦੇਖ ਲਿਓ, ਉਸ ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਇਹ ਵਾਅਦਾ ਕੀਤਾ ਸੀ ਕਿ ਅਸੀਂ ਫੂਡ ਪਾਰਕ ਖੋਲਾਂਗੇ ਜਿਹਦੇ ਵਿੱਚ ਫੂਡ ਪ੍ਰੋਸੈਸਿੰਗ ਹੋਇਆ ਕਰੇਗੀ, ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਪਰ ਤੁਸੀਂ ਦੱਸ ਦਿਓ ਜੇ ਪੰਜਾਬ 'ਚ ਕਿਤੇ ਵੀ ਫੂਡ ਪਾਰਕ ਤੁਹਾਨੂੰ ਦਿਖਦਾ है। पहली बात आपकी सोलर एनर्जी, इसको पहली बार बोला ही 1.5 साल पहले नवजोत सिंह सिद्धू ने था। पुछो किसी ਨੂੰ ਪੁੱਛ ਲਓ ਇੱਥੇ ਕਿ 2 ਰੁਪਏ 99 ਪੈਸੇ ਨੂੰ ਮਿਲਦੀ ਹੈ ਤੇ 17 ਰੁਪਏ ਕਿਉਂ ਖਰੀਦੀ ਹੈ? ਮਿੱਤਰਾ ਜਿਹੜਾ ਕਰਪਸ਼ਨ ਦੀ ਗੱਲ ਕਰਦਾ ਸੀ, ਉਹ 17 ਰੁਪਏ ਖਰੀਦਦਾ ਤੇ ਜਸਟੀਫਾਈ ਕਰਦਾ ਰਲ ਕੇ, ਸਮਝਿਆ ਨਹੀਂ? ਨਵਜੋਤ ਸਿੰਘ ਸਿੱਧੂ ਵਾਸ ਦੀ ਫਸਟ ਪਰਸਨ 1 year ago, go to my tweets and see it, ਕਿ we have to go towards renewable energy। ਔਰ ਜਿਹੜੇ ਇਹ ਬਿਜਲੀ ਦੇ ਸਮਝੌਤੇ ਤੁਸੀਂ 7 ਰੁਪਏ ਤੋਂ 17 ਰੁਪਏ ਤੇ ਕੀਤੇ ਹੈ, ਤੁਸੀਂ ਬੇਅਕਲ ਸੀ ਕਿ ਤੁਹਾਨੂੰ ਇਹ ਨਹੀਂ ਪਤਾ ਵੀ 15% ਹਰ ਸਾਲ ਘਟਦੀ ਹੈ। ਇਹਦਾ ਮਤਲਬ ਤੁਸੀਂ ਚੋਰ ਸੀ, ਤੁਸੀਂ ਬੇਅਕਲ ਨਹੀਂ ਸੀ, ਸੋਚੀ ਸਮਝੀ। ਦੇ ਹੈਵ ਮਾਸਟਰਡ ਦੀ ਆਰਟ ਆਫ ਕਰਪਸ਼ਨ। ਮੈਂ ਕਹਿੰਦਾ ਨਹੀਂ ਕਿ ਕੋਈ ਤਹਿਸੀਲਦਾਰ, ਕੋਈ ਪਟਵਾਰੀ 100 ਰੁਪਏ ਲੈਂਦਾ ਫੜਿਆ ਜਾਂਦਾ, ਲੇਕਿਨ ਸੁੱਖਾ ਕੱਪੀ ਨਹੀਂ ਫੜਿਆ ਗਿਆ।
ਸੀਐਮ ਕੈਂਡੀਡੇਟ ਅਨਾਉਂਸ ਕੀਤੇ ਜਾਣ ਤੋਂ ਬਾਅਦ ਧੜਾ-ਧੜ ਟੀਵੀ ਚੈਨਲਾਂ ਨੂੰ ਇੰਟਰਵਿਊ ਦੇਣ ਤੋਂ ਬਾਅਦ ਭਗਵੰਤ ਮਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ। ਉੱਥੇ ਜਾ ਕੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਚੀਮਾ ਨੂੰ ਚੁਣੌਤੀ ਦੇ ਦਿੱਤੀ ਹੈ। ਰਾਣਾ ਗੁਰਜੀਤ ਸਿੰਘ ਕਾਂਗਰਸ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਨੇ ਅਤੇ ਉਹਨਾਂ ਦਾ ਪੁੱਤਰ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਲੜ ਰਿਹਾ ਹੈ। ਚੈਲੰਜ ਕੀਤਾ ਹੈ ਕਿ ਜੇ ਮੇਰਾ ਪੁੱਤਰ ਆਜ਼ਾਦ ਉਮੀਦਵਾਰ ਵਜੋਂ ਚੋਣ ਹਾਰ ਗਿਆ ਤਾਂ ਮੈਂ ਸਿਆਸਤ ਛੱਡ ਦੂੰਗਾ। ਦਰਅਸਲ ਰਾਣਾ ਦਾ ਪੁੱਤਰ ਇੰਦਰ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ ਦੇ ਖਿਲਾਫ ਚੋਣ ਲੜ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ 26 ਜਨਵਰੀ ਨੂੰ ਫਤਿਹ ਦਿਵਸ ਮਨਾਉਣ ਦਾ ਸਾਰਿਆਂ ਨੂੰ ਸੱਦਾ ਦਿੱਤਾ ਹੈ ਤੇ ਵੱਧ ਤੋਂ ਵੱਧ ਨੌਜਵਾਨਾਂ, ਬੀਬੀਆਂ, ਭੈਣਾਂ ਤੇ ਹਰ ਕਿਸੇ ਨੂੰ ਦਾਣਾ ਮੰਡੀ ਜੰਡਿਆਲਾ ਗੁਰੂ ਦੇ ਵਿੱਚ 26 ਜਨਵਰੀ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ। ਪੰਧੇਰ ਨੇ ਕਿਹਾ ਕਿ ਲੋਕਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਪੰਜਾਬ ਦੇ ਸਹੀ ਭਵਿੱਖ ਲਈ ਸਰਕਾਰਾਂ ਦੇ ਖਿਲਾਫ ਲਾਮਬੰਦ ਹੋਣਾ ਪਊਗਾ। ਉਹਨਾਂ ਕਿਹਾ ਕਿ ਦੇਸ਼ ਵਿੱਚ ਚੋਣਾਂ ਦਾ ਮੌਸਮ ਚੱਲ ਰਿਹਾ ਹੈ, ਸਾਰੀਆਂ ਪਾਰਟੀਆਂ ਦਾ ਲੋਕਾਂ ਨੂੰ ਭਰਮਾਉਣ ਤੇ ਜ਼ੋਰ ਲੱਗਿਆ ਹੋਇਆ, ਪਰ ਹੁਣ ਇਹ ਕਿਸਾਨੀ ਅੰਦੋਲਨ ਦਾ ਅਸਰ ਹੈ। ਲੋਕਾਂ ਦੇ ਅੱਗੇ ਇਹਨਾਂ ਦੀ ਅਸਲੀਅਤ ਆ ਚੁੱਕੀ ਹੈ ਤੇ ਲੋਕ ਇਹਨਾਂ ਪਾਰਟੀਆਂ ਨੂੰ ਮੂੰਹ ਨਹੀਂ ਲਾ ਰਹੇ। ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ 31 ਜਨਵਰੀ ਨੂੰ ਕਿਸਾਨ ਦੇਸ਼ ਭਰ ਦੇ ਵਿੱਚ ਸਰਕਾਰ ਦੇ ਖਿਲਾਫ ਵਿਸ਼ਵਾਸਘਾਤ ਦਿਹਾੜਾ ਮਨਾਉਣਗੇ। ਕੇਂਦਰ ਸਰਕਾਰ ਆਪਣੇ ਵਾਅਦਿਆਂ ਤੇ ਖਰੀ ਨਹੀਂ ਉਤਰ ਰਹੀ, ਜਿਹੜੇ ਵਾਅਦੇ ਕੀਤੇ ਗਏ ਸੀ ਉਹ ਪੂਰੇ ਨਹੀਂ ਹੋਏ। ਇਸ ਕਰਕੇ ਮੋਦੀ ਸਰਕਾਰ ਦੇ ਖਿਲਾਫ ਇਹ ਵਿਸ਼ਵਾਸਘਾਤ ਦਿਵਸ ਮਨਾਇਆ ਜਾਏਗਾ। 31 ਜਨਵਰੀ ਨੂੰ ਪੂਰੇ ਦੇਸ਼ ਵਿੱਚ ਜ਼ਿਲ੍ਹਾ ਮੁੱਖ ਦਫ਼ਤਰਾਂ ਤੇ ਤਹਿਸੀਲਾਂ ਤੇ ਰੋਸ ਪ੍ਰਦਰਸ਼ਨ ਕਰਕੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਸਰਕਾਰ ਨੂੰ 1 ਫਰਵਰੀ ਤੱਕ ਦਾ ਅਲਟੀਮੇਟਮ ਵੀ ਦਿੱਤਾ ਗਿਆ। ਜੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਮੁੜ ਤੋਂ ਸੰਘਰਸ਼ ਦਾ ਐਲਾਨ ਕੀਤਾ ਜਾਏਗਾ। 26 ਤੇ 27 ਜਨਵਰੀ ਨੂੰ ਇਸ ਪ੍ਰੋਗਰਾਮ ਦੇ ਬਾਰੇ ਸਾਂਝੀਆਂ ਬੈਠਕਾਂ ਵੀ ਕੀਤੀਆਂ ਜਾਣਗੀਆਂ। ਬਰਨਾਲਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਲੀਡਰਾਂ ਨੇ ਬੈਠਕ ਕੀਤੀ। ਉਦੋਂ ਇਹ ਐਲਾਨ ਕੀਤਾ ਤੇ ਇਸ ਬੈਠਕ ਦੇ ਵਿੱਚ ਉਗਰਾਹਾ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਵੀ ਸ਼ਾਮਲ ਹੋਏ। ਪੰਜਾਬ ਦੇ ਵਿੱਚ ਕੁਝ ਹਾਦਸੇ ਵਾਪਰੇ ਨੇ, ਉਹਨਾਂ ਦੀਆਂ ਖਬਰਾਂ ਤੁਹਾਨੂੰ ਦੇ ਦਿੰਨੇ ਆ। ਲੌਂਗੋਵਾਲ ਦੇ ਵਿੱਚ ਬਹੁਤ ਹੀ ਦਰਦਨਾਕ ਤੇ ਵੱਡਾ ਸੜਕ ਹਾਦਸਾ ਵਾਪਰਿਆ। ਸੰਗਰੂਰ ਰੋਡ ਤੇ ਪਿੰਡ ਕਿਲਾ ਭਰੀਆਂ ਨੇੜੇ ਸੜਕ ਹਾਦਸੇ ਵਿੱਚ ਲੌਂਗੋਵਾਲ ਦੇ 3 ਨੌਜਵਾਨਾਂ ਦੀ ਮੌਤ ਹੋ ਗਈ। ਲੌਂਗੋਵਾਲ ਦੀ ਦੁੱਲਟ ਪੱਤੀ ਦੇ ਵਸਨੀਕ ਸੁਖਵਿੰਦਰ ਸਿੰਘ, ਮੰਗਲ ਸਿੰਘ, ਝਾੜੋ ਪੱਤੀ ਦੇ ਵਸਨੀਕ ਬੇਅੰਤ ਸਿੰਘ ਆਪਣੀ ਕਾਰ ਤੇ ਜਾ ਰਹੇ ਸੀ। ਕਾਰ ਬੇਕਾਬੂ ਹੋ ਕੇ ਰੁੱਖ ਦੇ ਨਾਲ ਜਾ ਟਕਰਾਈ। ਟੱਕਰ ਇੰਨੀ ਕੁ ਭਿਆਨਕ ਸੀ ਕਿ ਕਾਰ ਚਕਨਾਚੂਰ ਹੋ ਗਈ। ਤੁਸੀਂ ਦੇਖ ਵੀ ਸਕਦੇ ਹੋ ਤਸਵੀਰ ਦੇ ਵਿੱਚ। 3 ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ। ਦੇਹਾਂ ਨੂੰ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ। ਇਸੇ ਤਰ੍ਹਾਂ ਇੱਕ ਹਾਦਸਾ ਮਾਨਸਾ ਦੇ ਵਿੱਚ ਵਾਪਰਿਆ। ਪਿੰਡ ਕੋਟੜਾ ਕਲਾਂ ਦੇ ਵਿੱਚ ਸਵੇਰੇ ਕਾਰ ਬੇਕਾਬੂ ਹੋ ਕੇ ਖੰਭੇ ਵਿੱਚ ਵੱਜੀ ਤੇ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ। ਬਠਿੰਡਾ ਤੋਂ ਸੁਨਾਮ ਵਿਆਹ ਤੇ ਜਾ ਰਹੇ ਸੀ। ਪਤੀ, ਪਤਨੀ ਅਤੇ ਨਿੱਕੀ ਜੀ ਧੀ 1 ਸਾਲ ਦੀ ਉਹਦੀ ਮੌਤ ਹੋ ਗਈ, ਜਦਕਿ ਮਾਪਿਓ ਸੀਗੇ ਜਿਹੜੇ ਉਹ ਜ਼ਖਮੀ ਨੇ। ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦਰਅਸਲ ਭਿੱਖੀ ਨੇੜੇ ਪਿੰਡ ਕੋਟੜਾ ਕਲਾਂ ਦੇ ਵਿੱਚ ਕਾਰ ਦੇ ਸਾਹਮਣੇ ਕੈਂਟਰ ਆ ਗਿਆ ਤੇ ਕਾਰ ਬੇਕਾਬੂ ਹੋ ਕੇ ਖੰਭੇ ਨਾਲ ਜਾ ਟਕਰਾਈ। ਪੁਲਿਸ ਨੇ ਕੈਂਟਰ ਨੂੰ ਕਬਜ਼ੇ ਵਿੱਚ ਲੈ ਲਿਆ। ਅਣਪਛਾਤੇ ਕੈਂਟਰ ਚਾਲਕ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ। ਇਸੇ ਤਰ੍ਹਾਂ ਦਾ ਹਾਦਸਾ ਹੁਸ਼ਿਆਰਪੁਰ ਦੇ ਵਿੱਚ ਵਾਪਰਿਆ ਹੈ, ਜਿੱਥੇ ਕਰੀਬ 30 ਕਿਲੋਮੀਟਰ ਦੂਰ ਟੂਟੋ ਮਾਜਰਾ ਨੇੜੇ ਦਿੱਲੀ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਖੜੇ ਟਰੱਕ ਨਾਲ ਟਕਰਾ ਗਈ। ਬੱਸ ਦੇ ਡਰਾਈਵਰ ਤੇ ਕੰਡਕਟਰ ਦੀ ਮੌਤ ਹੋ ਗਈ। 6 ਸਵਾਰੀਆਂ ਜ਼ਖਮੀ ਹੋ ਗਈਆਂ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਡਰਾਈਵਰ ਗੁਰਨਾਮ ਸਿੰਘ 50 ਸਾਲ, ਕੰਡਕਟਰ ਜਤਿੰਦਰ ਕੁਮਾਰ 35 ਵਜੋਂ ਹੋਈ ਹੈ। ਹਾਦਸਾ ਉਸ ਵਕਤ ਵਾਪਰਿਆ ਜਦੋਂ ਪੰਜਾਬ ਨੰਬਰ ਵਾਲੀ ਬੱਸ ਦਿੱਲੀ ਤੋਂ ਹੁਸ਼ਿਆਰਪੁਰ ਜਾ ਰਹੀ ਸੀ। ਉੱਤਰ ਪ੍ਰਦੇਸ਼ ਦੇ ਸ਼ਹਿਰ ਗੋਰਖਪੁਰ ਦੀ ਇੱਕ ਘਟਨਾ ਤੁਹਾਨੂੰ ਦੱਸ ਦਿੰਨੇ ਆ, ਜਿੱਥੇ ਪਿਤਾ ਨੇ ਬਲਾਤਕਾਰੀ ਨੂੰ ਗੋਲੀ ਮਾਰ ਕੇ ਮੁਕਾ ਦਿੱਤਾ ਹੈ। ਗੁੱਸੇ ਵਿੱਚ ਆਏ ਪਿਤਾ ਨੇ ਆਪਣੀ ਮਾਸੂਮ ਧੀ ਦੇ ਬਲਾਤਕਾਰੀ ਨੂੰ ਗੋਲੀ ਮਾਰੀ ਹੈ। ਪੀੜਤ ਬੱਚੀ ਦੇ ਪਿਤਾ ਨੇ ਬਲਾਤਕਾਰੀ ਨੂੰ ਉਦੋਂ ਗੋਲੀ ਮਾਰੀ ਜਦੋਂ ਉਹ ਅਦਾਲਤ ਵਿੱਚ ਸੁਣਵਾਈ ਲਈ ਆ ਰਿਹਾ ਸੀ। ਮ੍ਰਿਤਕ ਦੀ ਪਛਾਣ ਹੁਸੈਨ ਵਜੋਂ ਹੋਈ ਹੈ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰਕੇ ਹਥਿਆਰ ਬਰਾਮਦ ਕਰ ਲਿਆ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।